ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਅਸੀਂ ਇਸ ਵੇਲੇ ਬੈਠੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੀ ਇਮਾਰਤ ਦੇ ਅੰਦਰ। ਮੇਰੇ ਨਾਲ ਨੇ ਸਤਿਕਾਰਯੋਗ ਸ਼ਖਸੀਅਤ ਸਰਦਾਰ ਡਾਕਟਰ ਪ੍ਰਿਤਪਾਲ ਸਿੰਘ, ਜਿਹੜੇ ਕਿ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ। ਅੱਜ ਇੱਥੇ ਇੱਕ ਅਜਿਹੀ ਈਵੈਂਟ ਹੋ ਰਿਹਾ ਹੈ ਜਿਸ ਦੇ ਲਈ ਜਿਹੜੀ ਆ ਉਹ ਹਿੰਦੁਸਤਾਨ ਤੋਂ, ਪੂਰੇ ਹਿੰਦੁਸਤਾਨ ਤੋਂ ਰਿਸਰਚ ਸਕਾਲਰ ਯਾਨੀ ਜਿਹੜੇ ਲੋਕ PhD ਕਰ ਰਹੇ ਨੇ, ਜਿਹੜੇ ਸਟੂਡੈਂਟ ਉਹ ਇੱਥੇ ਇਕੱਠੇ ਹੋਏ ਨੇ। ਉਹ PhD ਕਰ ਰਹੇ ਵਿਦਿਆਰਥੀ ਇੱਥੇ ਆਪੋ ਆਪਣੇ ਤਜਰਬੇ ਲੈ ਕੇ ਪਹੁੰਚੇ ਨੇ ਅਤੇ ਉਹਨਾਂ ਤਜਰਬਿਆਂ ਦੇ ਵਿੱਚੋਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕਿ ਹੈਰਾਨ ਕਰਨ ਵਾਲੀਆਂ ਨੇ। ਡਾਕਟਰ ਪ੍ਰਿਤਪਾਲ ਸਿੰਘ ਜੀ ਤੋਂ ਜਾਣਦੇ ਹਾਂ ਕਿ ਇਹਦੇ ਪਿੱਛੇ ਦਾ ਮਕਸਦ ਕੀ ਹੈ ਅਤੇ ਇਹ ਕਿੰਨਾ ਕੁ ਕਾਮਯਾਬ ਹੈ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਸਵਾਗਤ ਹੈ। ਨਿਊਜ਼ ਏਸ਼ੀਆ ਪੰਜਾਬੀ ਦੇ ਸਮੂਹ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਵੱਲੋਂ ਸਾਲ 2019 ਦੇ ਵਿੱਚ ਪਹਿਲੀ ਨੈਸ਼ਨਲ ਰਿਸਰਚ ਸਕਾਲਰ ਮੀਟ ਕਰਵਾਈ ਗਈ ਸੀ। ਪਿਛਲੇ ਸਾਲ ਅਸੀਂ ਔਨਲਾਈਨ ਇਹ ਰਿਸਰਚ ਮੀਟ ਕਰਵਾਈ ਸੀ। ਇਸ ਸਾਲ ਅਸੀਂ ਇਹ ਤੀਜੀ ਸਾਡੀ ਨੈਸ਼ਨਲ ਰਿਸਰਚ ਸਕਾਲਰ ਮੀਟ ਹੈ ਅਤੇ ਇਸ ਮੀਟ ਨੂੰ ਅਸੀਂ ਦੋ ਦਿਨ ਦੇ ਸੈਸ਼ਨਾਂ ਵਿੱਚ ਵੰਡਿਆ ਹੈ। ਕੱਲ੍ਹ ਦਾ ਜੋ ਸੈਸ਼ਨ ਸੀ 24 ਮਾਰਚ ਦਾ, ਉਹ ਔਨਲਾਈਨ ਸੀ ਅਤੇ ਅੱਜ ਦਾ ਸੈਸ਼ਨ ਜੋ ਹੈ ਉਹ ਆਫਲਾਈਨ ਅਸੀਂ ਕਰਵਾ ਰਹੇ ਹਾਂ। ਇਹਦੇ ਵਿੱਚ ਜਿਹੜੇ ਰਿਸਰਚ ਸਕਾਲਰਸ ਹਨ ਉਹ ਆਪਣੀ ਰਿਸਰਚ ਪੇਸ਼ ਕਰ ਰਹੇ ਹਨ, ਚਾਹੇ ਉਹ ਓਰਲ ਪ੍ਰੈਜੈਂਟੇਸ਼ਨ ਦੇ ਤੌਰ 'ਤੇ ਹੈ ਜਾਂ ਫਿਰ ਪੋਸਟਰ ਦੀ ਫਾਰਮ ਦੇ ਵਿੱਚ ਹੈ। ਤਿੰਨੇ ਸਾਲ ਜਿਹੜੀਆਂ ਅਸੀਂ ਇਹ ਰਿਸਰਚ ਮੀਟ ਕਰਵਾਈਆਂ ਹਨ, ਉਹਨਾਂ ਦਾ ਜਿਹੜਾ ਸਾਡੀ ਪਹੁੰਚ ਸੀ ਉਹ ਅੰਤਰ ਅਨੁਸ਼ਾਸਨੀ ਸੀ, ਇੰਟਰਡਿਸਪਲਿਨਰੀ ਜਿਹਨੂੰ ਕਹਿੰਦੇ ਹਾਂ ਅਸੀਂ, ਤਾਂ ਕਿ ਵੱਖ-ਵੱਖ ਜੋ ਵਿਸ਼ਿਆਂ ਦੇ ਵਿੱਚ ਖੋਜਾਰਥੀ ਜਿਹੜੇ ਕੰਮ ਕਰ ਰਹੇ ਆ ਉਹ ਆਪਸ ਦੇ ਵਿੱਚ ਕੋਲੈਬੋਰੇਸ਼ਨ ਕਰ ਸਕਣ। ਕਿਉਂਕਿ ਦੁਨੀਆ ਦੀ ਕੋਈ ਵੀ ਸਮੱਸਿਆ ਹੈ, ਜਿਵੇਂ ਕਿ ਅਸੀਂ ਪਾਣੀ ਦੀ ਗੱਲ ਕਰੀਏ, ਜਿਹੜੀ ਸਾਡੀ ਬਹੁਤ ਹੀ ਬੇਸਿਕ ਅਸੈਂਸ਼ੀਅਲ ਸਾਡੀ ਲਾਈਫ ਦੇ ਹੈਗੇ ਆ, ਜਾਂ ਹਵਾ ਦੀ ਗੱਲ ਕਰੀਏ ਜਾਂ ਧਰਤੀ ਦੀ ਗੱਲ ਕਰੀਏ, ਤਾਂ ਕੋਈ ਵੀ ਸਮੱਸਿਆ ਦਾ ਹੱਲ ਜਿਹੜਾ ਅਸੀਂ ਇੱਕ ਸਿੰਗਲ ਅਨੁਸ਼ਾਸਨ ਦੀ ਖੋਜ ਦੇ ਵਿੱਚ ਨਹੀਂ ਕੱਢ ਸਕਦੇ। ਤਾਂ ਇਹਦੇ ਵਿੱਚ ਵੱਖ-ਵੱਖ ਅਨੁਸ਼ਾਸਨਾਂ ਤੋਂ ਸਾਨੂੰ ਐਕਸਪਰਟਸ ਦੀ ਲੋੜ ਪੈਂਦੀ ਆ। ਤਾਂ ਜਿਹੜਾ ਇਹ ਪਲੇਟਫਾਰਮ ਹੈ ਅਸੀਂ ਪ੍ਰੋਵਾਈਡ ਕਰਦੇ ਹਾਂ, ਇਹਦੇ ਵਿੱਚ ਜੋ ਵੱਖ-ਵੱਖ ਤਰ੍ਹਾਂ ਦੇ ਰਿਸਰਚ ਸਕਾਲਰਸ ਆਪਣੀ ਖੋਜ ਪੇਸ਼ ਕਰਦੇ ਆ, ਤਾਂ ਦੂਜੇ ਰਿਸਰਚ ਸਕਾਲਰਸ ਨੂੰ ਪਤਾ ਲੱਗਦਾ ਹੈ ਕਿ ਇਹ ਮੇਰੇ ਫੀਲਡ ਦਾ ਕੰਮ ਹੈ, ਇੱਥੇ ਮੈਂ ਕੋਲੈਬੋਰੇਟ ਕਰ ਸਕਦਾ ਹਾਂ ਅਤੇ ਕੋਲੈਬੋਰੇਟ ਕਰਕੇ ਕੋਈ ਸੁਸਾਇਟੀ ਦੇ ਬੈਨੀਫਿਟ ਵਾਸਤੇ ਕੋਈ ਅੱਛੇ ਬੈਨੀਫਿਟ ਜਿਹੜੇ ਆ ਉਹ ਮਿਲ ਸਕਦੇ ਆ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਹਾਂ ਕਿ ਜਿਸ ਤਰ੍ਹਾਂ ਅਸੀਂ DNA ਪੜ੍ਹਦੇ ਹਾਂ, ਆਮ ਤੌਰ 'ਤੇ DNA ਦਾ ਸਟਰਕਚਰ ਜਿਹੜਾ ਕਿ ਸਾਡੀ ਜ਼ਿੰਦਗੀ ਦਾ ਬੇਸਿਕ ਮਾਲੀਕਿਊਲ ਹੈ, ਤਾਂ ਉਹਦੀ ਜੇ ਖੋਜ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਇੰਟਰਡਿਸਪਲਿਨਰੀ ਸੀ। ਉਹਦੇ ਵਿੱਚ ਇੱਕ ਜਿਹੜਾ ਬਾਇਓਲੋਜਿਸਟ ਅਤੇ ਇੱਕ ਫਿਜ਼ਿਕਸ ਦਾ ਆਦਮੀ ਹੈ, ਬਟਸਨ ਫਿਜ਼ਿਕਸ ਦਾ ਹੈ ਅਤੇ ਫਰਾਂਸਿਸ ਬਟਸਨ ਬਾਇਓਲੋਜੀ ਦਾ, ਅਤੇ ਜਿਹੜਾ ਫਰਾਂਸਿਸ ਕ੍ਰਿਕ ਹੈ ਉਹ ਹੈ ਫਿਜ਼ਿਕਸ ਦਾ ਆਦਮੀ। ਦੋਨੇ ਰਲ ਕੇ DNA ਦੀ ਖੋਜ ਕਰਦੇ ਆ ਅਤੇ ਉਸ DNA ਵਾਸਤੇ ਉਹਨਾਂ ਨੂੰ ਫਿਰ ਨੋਬਲ ਪ੍ਰਾਈਜ਼ ਮਿਲਦਾ ਆ। ਸੋ ਅੰਤਰ ਅਨੁਸ਼ਾਸਨੀ ਪਹੁੰਚ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਸਾਡੇ ਜਿਹੜੀ ਕੰਪਲੈਕਸ ਪ੍ਰੋਬਲਮਸ ਸਾਡੀਆਂ ਬਹੁਤ ਗੰਭੀਰ ਸਮੱਸਿਆਵਾਂ ਹਨ, ਜਟਲ ਸਮੱਸਿਆਵਾਂ ਹਨ ਸੋਸਾਇਟੀ ਦੀਆਂ ਸਾਡੀਆਂ, ਉਹ ਅਸੀਂ ਅੰਤਰ ਅਨੁਸ਼ਾਸਨੀ ਪਹੁੰਚ ਤੋਂ ਬਿਨਾਂ ਹੱਲ ਨਹੀਂ ਕਰ ਸਕਦੇ। ਪਰ ਇਹਦੇ ਵਿੱਚ ਜਿਹੜੀ ਵੱਡੀ ਸਮੱਸਿਆ ਰਹਿੰਦੀ ਹੈ ਕਿ ਅੰਤਰ ਅਨੁਸ਼ਾਸਨੀ ਜਦੋਂ ਖੋਜ ਕਰਨੀ ਹੈ ਅਸੀਂ, ਤਾਂ ਸਾਨੂੰ ਜੋ ਆਪਣੇ ਕੋਲੈਬੋਰੇਟਰਸ ਹਨ ਜਿਨ੍ਹਾਂ ਨਾਲ ਰਲ ਕੇ ਅਸੀਂ ਖੋਜ ਕਰਨੀ ਹੈ, ਉਹ ਲੱਭਣ ਦੇ ਵਿੱਚ ਕਾਫੀ ਪਰੇਸ਼ਾਨੀ ਆਉਂਦੀ ਆ। ਅਤੇ ਜਦੋਂ ਇਸ ਤਰ੍ਹਾਂ ਦੇ ਮੌਕੇ ਮਿਲਦੇ ਆ, ਕਾਨਫਰੰਸ ਜਿਸ ਤਰ੍ਹਾਂ ਅਸੀਂ ਕਰਵਾ ਰਹੇ ਹਾਂ, ਤਾਂ ਇਹਦੇ ਵਿੱਚ ਸਾਨੂੰ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿੱਥੇ ਸਕੋਪ ਹੈ ਸਾਡੀ ਕੋਲੈਬੋਰੇਸ਼ਨ ਦਾ, ਅਤੇ ਅਸੀਂ ਉਸ ਚੀਜ਼ ਨੂੰ ਜਿਹੜਾ ਅੱਗੇ ਲਿਜਾ ਸਕਦੇ ਹਾਂ। ਤਾਂ ਇਸੇ ਕਰਕੇ ਜਿਹੜੀ ਅਸੀਂ ਹਰ ਸਾਲ ਕੋਸ਼ਿਸ਼ ਕਰਦੇ ਹਾਂ ਕਿ ਇੱਕ ਰੈਗੂਲਰ ਫੀਚਰ ਬਣ ਜਾਵੇ। ਤਾਂ ਇਸ ਕਾਨਫਰੰਸ ਵਾਸਤੇ ਸਾਡੇ ਕੋਲ ਜਿਹੜੇ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਦਾ ਪਟਿਆਲਾ ਚੈਪਟਰ ਹੈ, ਉਹ ਸਾਡੇ ਨਾਲ ਵਿੱਤੀ ਸਹਿਯੋਗ ਕਰਦਾ ਹੈ, ਅਤੇ ਹੋਰ ਵੀ ਜੋ ਲੌਜਿਸਟਿਕਸ ਅਸੀਂ ਵਰਕਆਊਟ ਕਰਦੇ ਹਾਂ, ਐਕਸਪਰਟਸ ਆ ਜਾਂ ਹੋਰ ਜਿਹੜੀ ਇਸ ਤਰ੍ਹਾਂ ਦੀ ਸਪੋਰਟ ਆ, ਉਹ ਸਾਨੂੰ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਹਰ ਸਾਲ ਦਿੰਦੀ ਹੈ। ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਕਾਨਫਰੰਸ ਨੂੰ ਇੱਕ ਰੈਗੂਲਰ ਫੀਚਰ ਬਣਾ ਕੇ ਰੱਖੀਏ, ਕਿ ਜਿਸ ਤਰ੍ਹਾਂ ਅਸੀਂ ਲਗਾਤਾਰ 3 ਸਾਲ ਇਹ ਜੋ ਨੈਸ਼ਨਲ ਰਿਸਰਚ ਸਕਾਲਰ ਮੀਟ ਕਰਵਾਈ ਹੈ, ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਅਸੀਂ ਇਹਦਾ ਦਾਇਰਾ ਹੋਰ ਵਧਾਈਏ। ਜਿੱਥੇ ਇਸ ਸਮੇਂ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਖੋਜਾਰਥੀ ਹਿੱਸਾ ਲੈ ਰਹੇ ਹਨ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਤੇ ਇਸ ਨੂੰ ਇੱਕ ਇੰਟਰਨੈਸ਼ਨਲ ਪਲੇਟਫਾਰਮ 'ਤੇ ਲੈ ਜਾਈਏ, ਤਾਂ ਕਿ ਜਿਹੜੇ ਦੂਜੇ ਰਾਜਾਂ ਦੇ ਖੋਜਾਰਥੀ ਆ, ਦੂਜੇ ਦੇਸ਼ਾਂ ਦੇ ਖੋਜਾਰਥੀ ਆ, ਉਹ ਵੀ ਭਾਗ ਲੈ ਸਕਣ, ਅਤੇ ਅਸੀਂ ਇੱਕ ਵਧੀਆ ਜਿਹੜਾ ਪਲੇਟਫਾਰਮ ਖੋਜਾਰਥੀਆਂ ਨੂੰ ਮੁਹੱਈਆ ਕਰਾ ਸਕੀਏ, ਤਾਂ ਕਿ ਉਹ ਆਪਣੀ ਰਿਸਰਚ ਵਾਸਤੇ ਵਧੀਆ ਕੋਲੈਬੋਰੇਸ਼ਨ ਕਰ ਸਕਣ ਅਤੇ ਸੁਸਾਇਟੀ ਨੂੰ ਆਪਣੀ ਰਿਸਰਚ ਦੇ ਨਾਲ ਕੁਝ ਦੇ ਸਕਣ। ਡਾਕਟਰ ਸਾਹਿਬ, ਤੁਸੀਂ ਖੋਜਾਰਥੀਆਂ ਦੀ ਗੱਲ ਕੀਤੀ ਹੈ ਵੀ ਖੋਜਾਰਥੀ ਜਿਹੜੇ ਨੇ ਉਹ ਇੱਥੇ ਆ ਕੇ ਮਿਲਦੇ ਨੇ, ਆਪਣੀ ਜਿਹੜੀ ਆ ਉਹ ਜੋ ਉਹਨਾਂ ਦੀ ਖੋਜ ਹੁੰਦੀ ਆ ਉਹਨਾਂ ਨੂੰ ਪੇਸ਼ ਕਰਦੇ ਨੇ ਵੀ ਮੈਂ ਆਹ ਖੋਜ ਕੀਤੀ ਹੈਗੀ ਹੈ। ਅਤੇ ਇਹਦੇ ਨਾਲ ਜਿਹੜੇ ਸਾਹਮਣੇ ਬੈਠ ਕੇ ਸੁਣ ਰਹੇ ਹੁੰਦੇ ਨੇ ਖੋਜਾਰਥੀ, ਵੱਖ-ਵੱਖ ਖੇਤਰਾਂ ਦੇ ਜਿਹੜੇ ਵਿੱਚ ਕੰਮ ਕਰ ਰਹੇ ਹੁੰਦੇ ਨੇ, ਉਹਨਾਂ ਨੂੰ ਇਹਦੇ ਤੋਂ ਸੇਧ ਵੀ ਮਿਲਦੀ ਹੈ ਅਤੇ ਬੈਨੀਫਿਟ ਵੀ ਹੁੰਦਾ ਉਹਨਾਂ ਨੂੰ ਚੀਜ਼ ਵੀ ਮੈਂ ਕਿਸ ਵੱਲ ਤੁਰ ਰਿਹਾ, ਉਸ ਵੱਲ ਜਾਂ ਕਿ ਚੰਗੇ ਪਾਸੇ ਜਾ ਰਿਹਾ, ਸਹੀ ਜਾ ਰਿਹਾ ਜਾਂ ਫਿਰ ਗਲਤ ਜਾ ਰਿਹਾ।
ਤੇ ਜੇ ਗਲਤ ਜਾ ਰਿਹਾ ਤੇ ਮੈਨੂੰ ਉਹ ਸਾਹਮਣੇ ਵਾਲਾ ਜੋ ਕੁਝ ਮੈਨੂੰ ਸਾਹਮਣੇ ਪੇਸ਼ ਕਰ ਰਿਹਾ ਆਪਣੀ ਖੋਜ, ਇਹ ਮੈਨੂੰ ਕਿੰਨਾ ਕੁ ਸਹਾਈ ਹੋ ਸਕਦਾ। ਤੇ ਕੁਝ ਅਜਿਹਾ ਕੀਤਾ ਜਾ ਰਿਹਾ ਜਿਹਦੇ ਨਾਲ ਜਿਹੜੇ ਆਪਣੇ ਜਿਨ੍ਹਾਂ ਨੇ ਮਿਲ ਕੇ ਕੰਮ ਕੀਤਾ ਹੋਵੇ, ਕਿਸੇ ਹੋਰ ਸਟੇਟ ਦਾ ਤੇ ਕਿਸੇ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਮੀਟ ਹੋਈ ਹੋਵੇ ਉਹਦੇ 'ਚ ਕਿਸੇ ਹੋਰ ਸਟੇਟ ਦਾ, ਤੇ ਤੁਹਾਡੇ ਇੱਥੇ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਮਿਲ ਕੇ ਕਿਤੇ ਕੰਮ ਕੀਤਾ ਤੇ ਉਹਨਾਂ ਨੂੰ ਬੈਨੀਫਿਟ ਹੋਵੇ, ਕੁਝ ਇਸ ਤਰ੍ਹਾਂ ਦਾ ਅੱਗੇ ਕੀਤਾ ਜਾਏਗਾ ਵੀ ਇਸ ਚੀਜ਼ ਨੂੰ ਸੰਜੋ ਕੇ ਰੱਖਣ। ਹਾਂ, ਇਸ ਚੀਜ਼ ਦੀ ਅਸੀਂ ਕੋਸ਼ਿਸ਼ ਕਰਾਂਗੇ। ਤੁਹਾਡਾ ਬਹੁਤ ਹੀ ਵਧੀਆ ਸੁਜੈਸ਼ਨ ਹੈ, ਕਿਉਂਕਿ ਪਹਿਲਾਂ ਤਾਂ ਸਾਡਾ ਜਿਹੜਾ ਪਰਪਸ ਸੀ ਸਿਰਫ ਇੱਕ ਪਲੇਟਫਾਰਮ ਮੁਹੱਈਆ ਕਰਵਾਉਣ ਦਾ ਸੀ ਕਿ ਖੋਜਾਰਥੀ ਆਪਸ ਦੇ ਵਿੱਚ ਮਿਲਣ, ਇੱਕ ਦੂਜੇ ਦਾ ਕੰਮ ਦੇਖਣ ਤੇ ਕੋਲੈਬੋਰੇਸ਼ਨ ਵਾਸਤੇ ਕੋਸ਼ਿਸ਼ ਕਰਨ ਆਪਸ ਵਿੱਚ। ਪਰ ਅਸੀਂ ਆਉਣ ਵਾਲੀਆਂ ਕਾਨਫਰੰਸਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਖੋਜਾਰਥੀ ਜੋ ਵੀ ਇੱਥੇ ਇੰਟਰੈਕਸ਼ਨ ਕਰਦੇ ਆ ਤੇ ਉਹਨਾਂ ਦੇ ਜਿਹੜੀ ਫੀਡਬੈਕ ਹੈ ਅਸੀਂ ਲਈਏ, ਤਾਂ ਕਿ ਜਿਹੜੇ ਬਹੁਤ ਹੀ ਸਾਰਥਕ ਨਤੀਜੇ ਜਿਹੜੇ ਆ ਇਸ ਕਾਨਫਰੰਸ ਦੇ ਨਿਕਲ ਸਕਣ। ਕਾਨਫਰੰਸ ਦੇ ਸਾਰਥਕ ਨਤੀਜੇ ਨਿਕਲ ਸਕਣ। ਟੋਟਲ ਥੋੜਾ ਜਿਹਾ ਹੁਣ ਦੱਸ ਵੀ ਦਿਓ ਵੀ ਕਿੰਨੇ ਕੁ ਖੋਜਾਰਥੀ ਜਿਹੜੇ ਨੇ ਪਹਿਲੇ ਸਾਲ, ਦੂਜੇ ਸਾਲ ਨੂੰ ਤੁਸੀਂ ਮੈਨੂੰ ਲੱਗਦਾ ਤੁਸੀਂ ਕਹਿ ਰਹੇ ਹੋ 3 ਸਾਲ ਦੇ? ਹਾਂਜੀ, ਸੈਸ਼ਨ ਪਹਿਲੇ ਸਾਲ ਸਾਡੇ ਕੋਲ 150 ਦੇ ਲਗਭਗ ਖੋਜਾਰਥੀਆਂ ਨੇ ਭਾਗ ਲਿਆ ਸੀ। ਪਿਛਲੇ ਸਾਲ ਬਿਲਕੁਲ ਆਨਲਾਈਨ ਕਰਾਈ ਸੀ ਇਹ ਕਾਨਫਰੰਸ, ਤਾਂ ਇਹਦੇ ਵਿੱਚ 300 ਖੋਜਾਰਥੀ ਸਾਡੇ ਕੋਲ ਆਏ ਸਨ ਤੇ ਇਸ ਵਾਰ 200 ਦੇ ਕਰੀਬ ਖੋਜਾਰਥੀ ਜਿਹੜੇ ਆ ਸਾਡੇ ਕੋਲ ਆਏ ਹਨ। ਇਹਨਾਂ ਵਿੱਚੋਂ ਜਿਹੜੇ ਬਾਹਰਲੀਆਂ ਰਾਜਾਂ ਤੋਂ ਖੋਜਾਰਥੀ ਹਨ ਉਹਨਾਂ ਨੇ ਬਹੁਤੀਆਂ ਆਪਣੀਆਂ ਪ੍ਰੈਜੈਂਟੇਸ਼ਨ ਜਿਹੜੀਆਂ ਆਨਲਾਈਨ ਦਿੱਤੀਆਂ ਹਨ, ਤੇ ਜਿਹੜੇ ਪੰਜਾਬ ਰਾਜ ਦੇ ਖੋਜਾਰਥੀ ਹਨ ਉਹ ਅੱਜ ਫਿਜ਼ੀਕਲੀ ਸਾਡੇ ਕੋਲ ਆਪਣੀਆਂ ਪ੍ਰੈਜੈਂਟੇਸ਼ਨਸ ਦੇਣ, ਚਾਹੇ ਉਹ ਓਰਲ ਪ੍ਰੈਜੈਂਟੇਸ਼ਨ ਹੈ ਜਾਂ ਪੋਸਟਰ ਪ੍ਰੈਜੈਂਟੇਸ਼ਨ ਹੈ, ਤਾਂ ਉਹਦੇ ਵਾਸਤੇ ਉਹ ਆਏ ਹਨ। ਤਾਂ ਇਹਦੇ ਵਾਸਤੇ ਅਸੀਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਬਹੁਤ ਹੀ ਜੋ ਨਾਮੀ ਐਕਸਪਰਟ ਹਨ ਇਹਨਾਂ ਵਿਸ਼ਿਆਂ ਦੇ, ਉਹਨਾਂ ਨੂੰ ਬੁਲਾਇਆ ਹੈ ਉਹਨਾਂ ਦੀਆਂ ਜੱਜਮੈਂਟਸ ਕਰਨ ਦੇ ਲਈ। ਤੇ ਇਹਨਾਂ ਦੇ ਵਿੱਚ ਜੋ ਬੈਸਟ ਪ੍ਰੈਜੈਂਟੇਸ਼ਨਸ ਹਨ ਅਸੀਂ ਉਹਨਾਂ ਨੂੰ ਅਵਾਰਡ ਦੇਵਾਂਗੇ, ਚਾਹੇ ਉਹ ਪੋਸਟਰ ਪ੍ਰੈਜੈਂਟੇਸ਼ਨ ਹੈ ਇੱਕ ਉਸ ਕੈਟੇਗਰੀ ਦੇ ਵਿੱਚ ਤੇ ਇੱਕ ਓਰਲ ਪ੍ਰੈਜੈਂਟੇਸ਼ਨ ਕੈਟੇਗਰੀ ਦੇ ਵਿੱਚ, ਤਾਂ ਕਿ ਜਿਹੜੇ ਖੋਜਾਰਥੀ ਹਨ ਉਹਨਾਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਆਵੇ ਤੇ ਉਹਨਾਂ ਨੂੰ ਅਸੀਂ ਉਤਸ਼ਾਹਿਤ ਕਰੀਏ। ਦੂਜੀ ਵੱਡੀ ਗੱਲ ਜੋ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਾਡਾ ਖੋਜਾਰਥੀਆਂ ਦਾ ਮੋਟਿਵ ਵੀ ਆ ਬਹੁਤਾ ਡਿਗਰੀ ਲੈਣ ਤੱਕ ਰਹਿ ਜਾਂਦਾ ਆ ਕਿ ਡਿਗਰੀ ਜਲਦੀ ਸਾਨੂੰ ਮਿਲੇ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮੋਟੀਵੇਸ਼ਨਲ ਸਪੀਕਰ ਜਿਹੜੇ ਆ ਇਨੋਗਰਲ ਸੈਸ਼ਨ ਤੇ ਵੈਲਡਿਕਟਰੀ ਸੈਸ਼ਨ ਤੇ ਕੋਈ ਮੋਟੀਵੇਸ਼ਨਲ ਸਪੀਕਰਸ ਜਾਂ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਆਪਣੇ ਖੇਤਰਾਂ ਦੇ ਵਿੱਚ, ਉਹਨਾਂ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਈਏ, ਤਾਂ ਜੋ ਉਹ ਖੋਜਾਰਥੀਆਂ ਨੂੰ ਉਤਸ਼ਾਹਿਤ ਕਰ ਸਕਣ ਕਿ ਉਹ ਆਪਣੇ ਐਥਿਕਸ ਦੇ ਵਿੱਚ ਰਹਿੰਦੇ ਹੋਏ ਇੱਕ ਬਿਨਾਂ ਰਿਜ਼ਲਟਸ ਨੂੰ ਛੇੜਛਾੜ ਕੀਤੇ ਆਪਣੀ ਰਿਸਰਚ ਪੇਸ਼ ਕਰਨ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਇਸ ਖੋਜ ਤੋਂ ਲਾਹਾ ਮਿਲ ਸਕੇ। ਡਾਕਟਰ ਸਾਹਿਬ, ਤੁਸੀਂ ਇਹ ਗੱਲ ਕੀਤੀ ਕਿ ਜਿਹੜੇ ਖੋਜਾਰਥੀ ਵਧੀਆ ਕੰਮ ਕਰ ਰਹੇ ਨੇਗੇ, ਜਿਹੜੇ ਖੋਜਾਰਥੀਆਂ ਦੀ ਖੋਜ ਜਿਹੜੀ ਵਧੀਆ ਤੁਹਾਨੂੰ ਲੱਗੇਗੀ ਇੱਥੇ ਜਿਹੜੇ ਮੀਟ ਹੋ ਰਹੀ ਹੈ, ਉਹਨਾਂ ਨੂੰ ਤੁਸੀਂ ਸਨਮਾਨਿਤ ਕਰੋਗੇ, ਉਹਨਾਂ ਨੂੰ ਤੁਸੀਂ ਉਤਸ਼ਾਹਿਤ ਕਰੋਗੇ। ਕੋਈ ਖੋਜ, ਕਿਉਂਕਿ ਹੁਣ ਤੁਸੀਂ ਉਹਦੇ 'ਚ ਹਿੱਸਾ ਵੀ ਲੈ ਰਹੇ ਹੋ, ਤੁਸੀਂ ਉਹਦੇ 'ਚ ਬੜੇ ਉਹਨੂੰ ਆਰਗੇਨਾਈਜ਼ ਵੀ ਕਰ ਰਹੇ ਹੋ, ਕੋਈ ਅਜਿਹੀ ਖੋਜ ਜਿਹੜੀ ਤੁਹਾਡੇ ਦਿਲ ਨੂੰ ਟੁੰਬ ਗਈ ਹੋਵੇ, ਆਹ ਬੜਾ ਹੀ ਵਧੀਆ ਕੰਮ ਕੀਤਾ, ਇਨਸਾਨੀਅਤ ਲਈ ਬੜਾ ਵੱਡਾ ਕੰਮ ਹੋ ਰਿਹਾ, ਤੇ ਜਿਹੜੀ ਤੁਹਾਨੂੰ ਪਰਸਨਲ ਤੌਰ ਦੇ ਉੱਤੇ ਜਿਹੜੀ ਵਧੀਆ ਲੱਗੀ? ਦੇਖੋ, ਫਰੈਂਕਲੀ ਸਪੀਕਿੰਗ ਮੈਂ ਐਕਚੁਅਲੀ ਜਿਹੜੇ ਜੱਜਮੈਂਟਸ ਆ ਉਹਦੇ ਵਿੱਚ ਮੈਂ ਪ੍ਰੈਜ਼ੈਂਟ ਨਹੀਂ ਸੀ, ਤੇ ਅਜੇ ਜਿਹੜੇ ਸੈਸ਼ਨ ਚੇਅਰ ਕਰ ਰਹੇ ਆ ਸਾਰਿਆਂ ਦੇ ਨਾਲ ਗੱਲ ਵੀ ਨਹੀਂ ਹੋਈ, ਕਿਉਂਕਿ ਇੱਕ ਸੈਸ਼ਨ ਅਜੇ ਵੀ ਚੱਲ ਰਿਹਾ ਆ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਪਤਾ ਕਰਕੇ ਦੱਸਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਹਰ ਇੱਕ ਜਗ੍ਹਾ ਤੇ ਵੱਖ-ਵੱਖ ਵੈਨਿਊਜ਼ ਤੇ ਚੱਲ ਰਹੀ ਹੈ ਪ੍ਰੈਜੈਂਟੇਸ਼ਨ, ਤਾਂ ਹਰ ਜਗ੍ਹਾ ਤੁਸੀਂ ਹਾਜ਼ਰ ਨਹੀਂ ਹੋ ਸਕਦੇ। ਤਾਂ ਜਦੋਂ ਸਾਡੀ ਰਿਪੋਰਟ ਬਣੇਗੀ ਪ੍ਰੈਜੈਂਟੇਸ਼ਨ ਦੀ, ਤਾਂ ਉਹਦੇ ਵਿੱਚ ਇਹ ਗੱਲ ਸਾਹਮਣੇ ਆ ਜਾਏਗੀ ਕਿ ਕਿਹਦੀ ਰਿਸਰਚ ਬਹੁਤ ਵਧੀਆ ਸੀ ਤੇ ਉਹਨੇ ਕਿਹੜਾ ਕੰਮ ਵਧੀਆ ਕੀਤਾ ਹੈ। ਬਿਲਕੁਲ, ਮੈਂ ਇਹੀ ਕਹਿ ਰਿਹਾ ਵੀ ਇਨਸਾਨੀਅਤ ਦੇ ਭਲੇ ਲਈ ਜਿਹੜੀ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਆ, ਉਹ ਇੱਕ ਜਿਵੇਂ ਕਹਿੰਦਾ ਨਾ ਨੋਬਲ ਪੁਰਸਕਾਰ ਉਸ ਨੂੰ ਮਿਲਦਾ ਜਿਹੜਾ ਇਨਸਾਨੀਅਤ ਦੇ ਭਲੇ ਲਈ ਕੋਈ ਕੰਮ ਕੀਤਾ ਜਾਂਦਾ। ਤੇ ਇਦਾਂ ਹੀ ਜਿਹੜੀ ਖੋਜ ਹੈ, ਜੇ ਇਨਸਾਨੀਅਤ ਦੇ ਭਲੇ ਲਈ ਨਿਕਲ ਕੇ ਬਹੁਤ ਵਧੀਆ ਢੰਗ ਦੇ ਨਾਲ ਸਾਹਮਣੇ ਆਈ ਹੈ, ਤੇ ਅਜਿਹੇ ਨੂੰ ਉਤਸ਼ਾਹਿਤ ਕਰਨਾ ਤਾਂ ਬਣਦਾ ਹੈ। ਹਾਂ, ਉਹਦੇ 'ਚ ਅਸੀਂ ਕੈਸ਼ ਪ੍ਰਾਈਜ਼ਸ ਦਿੰਦੇ ਆ, ਸਰਟੀਫਿਕੇਟਸ ਦਿੰਦੇ ਆ, ਮੋਮੈਂਟੋਸ ਦਿੰਦੇ ਆ, ਤੇ ਉਹਦੇ ਤੋਂ ਬਿਨਾਂ ਜੇ ਕੋਈ ਹੋਰ ਸਾਨੂੰ ਸਹਾਇਤਾ ਦੀ ਲੋੜ ਪਵੇ ਤਾਂ ਅਸੀਂ ਉਹ ਵੀ ਕਰਨ ਨੂੰ ਤਿਆਰ ਹਾਂ, ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਖੋਜਾਰਥੀ ਆ ਉਹ ਤਨੋਂ ਮਨੋਂ ਆਪਣਾ ਜਿਹੜਾ ਖੋਜ ਦਾ ਕੰਮ ਕਰਨ ਔਰ ਬਿਲਕੁਲ ਉਸ 'ਤੇ ਧਿਆਨ ਦੇਣ, ਤੇ ਬਹੁਤ ਹੀ ਇਮਾਨਦਾਰੀ ਦੇ ਨਾਲ ਪ੍ਰੋਫੈਸ਼ਨਲ ਐਥਿਕਸ ਦੇ ਵਿੱਚ ਰਹਿੰਦੇ ਹੋਏ ਆਪਣੀ ਰਿਸਰਚ ਕਰਨ, ਤਾਂ ਜੋ ਡਾਟਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਮਾਜ ਦੇ ਕੰਮ ਆ ਸਕੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਕਮਾਲ ਦੀ ਜਾਣਕਾਰੀ ਦਿੱਤੀ, ਔਰ ਮੈਨੂੰ ਲੱਗਦਾ ਕਿ ਤੁਹਾਡੇ ਵੱਲੋਂ ਉਤਸ਼ਾਹਿਤ ਕੀਤੇ ਜਾ ਰਹੇ ਖੋਜਾਰਥੀ, ਜੇਕਰ ਤੁਹਾਡੇ ਵਰਗੇ ਅਜਿਹੇ ਹੀ ਜਿਹੜੇ ਬੁੱਧੀਜੀਵੀ ਉਹਦੇ ਨਾਲ ਜੁੜੇ ਰਹਿਣਗੇ, ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜਿਹੜਾ ਡਿਸਹਾਰਟਨਡ ਹੋਏਗਾ, ਕਿਸੇ ਦਾ ਦਿਲ ਟੁੱਟੇਗਾ ਵੀ ਮੈਂ ਇੰਨਾ ਕੰਮ ਵੀ ਕੀਤਾ ਤੇ ਮੈਨੂੰ ਜਿਹੜਾ ਉਸਦਾ ਕੋਈ ਮੁੱਲ ਨਹੀਂ ਪਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ। ਮੈਂ ਤੁਹਾਨੂੰ ਇਸੇ ਦੱਸਣਾ ਚਾਹੂੰਗਾ ਕਿ ਸਾਡੇ ਯੂਨੀਵਰਸਿਟੀ ਦੇ ਵਿੱਚ ਅਸੀਂ ਖੋਜ ਦਾ ਕਾਰਜ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਚਲਾ ਰਹੇ ਹਾਂ। ਕੋਈ ਵੀ ਕਿਸੇ ਤਰ੍ਹਾਂ ਦੀ ਮਾਲ ਪ੍ਰੈਕਟਿਸ ਨਹੀਂ ਅਸੀਂ ਹੋਣ ਦਿੰਦੇ, ਔਰ ਇਹਦਾ ਨਤੀਜਾ ਹੈ ਕਿ ਸਾਡੇ ਜਿਹੜੇ ਖੋਜਾਰਥੀ ਹਨ ਉਹਨਾਂ ਦੇ ਰਿਸਰਚ ਪੇਪਰ ਜਿਹੜੇ ਆ ਬਹੁਤ ਹੀ ਵਧੀਆ, ਜਿਹੜੇ ਇੰਟਰਨੈਸ਼ਨਲ ਜਰਨਲਸ ਹੈ ਆ, SCI ਜਰਨਲ ਜਿਹਨਾਂ ਨੂੰ ਕਹਿੰਦੇ ਆ, ਜਿਨ੍ਹਾਂ ਦੇ ਬਹੁਤ ਵਧੀਆ ਇੰਪੈਕਟ ਫੈਕਟਰ ਆ, ਈਵਨ 20-25 ਤੱਕ ਇੰਪੈਕਟ ਫੈਕਟਰ ਦੇ ਵਿੱਚ ਸਾਡੇ ਫੈਕਲਟੀ ਮੈਂਬਰਸ ਦੇ ਤੇ ਖੋਜਾਰਥੀਆਂ ਦੇ ਪੇਪਰ ਛਪ ਰਹੇ ਆ,
ਔਰ ਇਹ ਸਾਡੇ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੀ ਖੋਜ ਨੂੰ ਹੋਰ ਉਤਸ਼ਾਹਿਤ ਕਰੀਏ ਤੇ ਜਿੱਥੋਂ ਤੱਕ ਹੋ ਸਕੇ ਅਸੀਂ ਇਹਦੀ ਕੁਆਲਿਟੀ ਵੀ ਜਿਹੜੀ ਆ ਹੋਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ, ਮੇਰੀ ਵੀ ਇੱਕ ਬੇਨਤੀ ਰਹੇਗੀ ਵੀ ਜਿਹੜੇ ਖੋਜਾਰਥੀ ਤੁਹਾਡੇ ਖੋਜ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਮੈਨੂੰ ਵੀ ਮਿਲਾਓ ਤਾਂ ਕਿ ਮੈਂ ਉਹਨਾਂ ਦੀ ਖੋਜ ਨੂੰ ਜਿਹੜੀ ਆ ਪਬਲਿਕ ਦੇ ਸਾਹਮਣੇ ਜਿਹੜੀ ਆ ਉਹ ਇੰਟਰਵਿਊ ਦੇ ਰਸਤੇ ਪੇਸ਼ ਕਰਾਂ, ਤਾਂ ਕਿ ਜਿਹੜਾ ਉਹਨਾਂ ਨੂੰ ਵੀ ਉਤਸ਼ਾਹ ਮਿਲੇ ਤੇ ਪਬਲਿਕ ਨੂੰ ਇਹ ਪਤਾ ਲੱਗੇ ਵੀ ਕਿਹੜੀਆਂ ਚੀਜ਼ਾਂ ਨਵੀਆਂ ਨਿਕਲ ਕੇ ਸਾਹਮਣੇ। ਤੁਹਾਡਾ ਸੁਝਾਅ ਬਹੁਤ ਵਧੀਆ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਇੰਟਰਵਿਊ ਤੁਹਾਡੀ ਕਿਸੇ ਜਿਹੜੇ ਵਧੀਆ ਖੋਜਾਰਥੀ ਸਾਡੇ ਉਹਨਾਂ ਨਾਲ ਕਰਾਵਾਂਗੇ ਤਾਂ ਕਿ ਉਹ ਪਬਲਿਕ ਦੇ ਰੂਬਰੂ ਹੋ ਸਕਣ। ਬਹੁਤ ਧੰਨਵਾਦ ਤੁਹਾਡਾ, ਬਹੁਤ 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 ਸ਼ੁਕਰੀਆ ਜੀ। ਸੋ ਸਨ ਡਾਕਟਰ ਪ੍ਰਿਤਪਾਲ ਸਿੰਘ, ਤੁਸੀਂ ਦੇਖਿਆ ਕਿ ਜਦੋਂ ਕਿਸੇ ਵੀ ਸਿੱਖਿਅਕ ਅਦਾਰੇ ਦਾ ਜਿਹੜਾ ਮੁਖੀ ਹੁੰਦਾ, ਜੇ ਉਹ ਬੁੱਧੀਜੀਵੀ ਹੋਵੇ, ਜੇ ਉਹ ਸੁਹਿਰਦ ਹੋਵੇ ਤੇ ਜੇ ਉਹ ਸਮਾਜ ਲਈ, ਆਪਣੇ ਵਿਦਿਆਰਥੀਆਂ ਲਈ, ਸਿੱਖਿਆ ਲਈ ਕੁਝ ਕਰਨਾ ਚਾਹੁੰਦਾ ਹੋਵੇ ਤੇ ਉਦੋਂ ਨਤੀਜੇ ਫਿਰ ਇੱਦਾਂ ਦੇ ਨਿਕਲ ਕੇ ਸਾਹਮਣੇ ਆਉਂਦੇ ਨੇ ਜਿੱਦਾਂ ਡਾਕਟਰ ਪ੍ਰਿਤਪਾਲ ਸਿੰਘ ਹੋਣਾ ਦੇ ਹੁੰਦਿਆਂ ਨਿਕਲ ਕੇ ਸਾਹਮਣੇ ਆ ਰਹੇ ਨੇ। ਖੋਜਾਰਥੀ ਵੀ ਖੁਸ਼ ਹੋ ਰਹੇ ਨੇ, ਆਪ ਚਿਹਰੇ ਦੀ ਮੁਸਕਰਾਹਟ ਇਹ ਦੱਸ ਰਹੀ ਹੈ ਕਿ ਇਹਨਾਂ ਨੂੰ ਆਤਮਿਕ ਸੰਤੁਸ਼ਟੀ ਮਿਲ ਰਹੀ ਹੈ ਇਹ ਕੰਮ ਕਰਕੇ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਨਾ ਸਿਰਫ ਉਹਨਾਂ ਖੋਜਾਰਥੀਆਂ ਨੂੰ ਉਤਸ਼ਾਹਿਤ ਕਰੇਗੀ ਬਲਕਿ ਯੂਨੀਵਰਸਿਟੀ ਦੇ ਪ੍ਰਸ਼ਾਸਕਾਂ ਨੂੰ ਵੀ ਉਤਸ਼ਾਹ ਮਿਲੇਗਾ ਕਿ ਉਹ ਹੋਰ ਵਧੀਆ ਢੰਗ ਦੇ ਨਾਲ ਜਿਹੜਾ ਉਹ ਸਮਾਜ ਦੀ ਸੇਵਾ, ਸਿੱਖਿਆ ਦੇ ਖੇਤਰ ਦੀ ਸੇਵਾ ਤੇ ਆਪਣੇ ਖੋਜਾਰਥੀਆਂ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਜਾਰੀ ਰੱਖਣ। ਸੋ ਮੇਰੇ ਨਾਲ ਨੇ ਪ੍ਰੋਫੈਸਰ ਪਰਮਵੀਰ ਸਿੰਘ ਜੀ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਪੋਰਟਸ ਸਾਇੰਸ ਡਿਪਾਰਟਮੈਂਟ ਦੇ ਵਿੱਚੋਂ ਉੱਥੇ ਬੜੇ ਲੰਮੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ, ਗਾਈਡ ਵੀ ਨੇ, PhD ਸਟੂਡੈਂਟਸ ਨੂੰ ਜਿਹੜਾ ਉਹਨਾਂ ਦੇ ਗਾਈਡ ਬਣ ਕੇ ਉਹਨਾਂ ਦੀਆਂ ਜਿਹੜੀਆਂ ਖੋਜਾਂ ਨੂੰ ਅੱਗੇ ਵਧਾਉਂਦੇ ਨੇ ਤੇ ਉਹਨਾਂ ਨੂੰ ਸੇਧ ਦਿੰਦੇ ਨੇ ਵੀ ਕਿਹੜੀ ਖੋਜ ਦੇ ਵਿੱਚ ਕਿੱਦਾਂ ਤੁਸੀਂ ਕੰਮ ਕਰਨਾ ਹੈਗਾ। PhD ਸਟੂਡੈਂਟਸ ਕਈ ਇਹੋ ਜਿਹੇ ਨੇ ਜਿਨ੍ਹਾਂ ਦੇ ਲਈ ਮੇਰੇ ਮਨ ਦੇ ਵਿੱਚ ਬੜਾ ਸਤਿਕਾਰ ਹੈ ਤੇ ਉਹ ਇਹਨਾਂ ਦੇ ਸਟੂਡੈਂਟ ਨੇ। ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਜਿਹੜੀ ਇਹ ਇੱਥੇ ਮੀਟ ਹੋ ਰਹੀ ਹੈ ਖੋਜਾਰਥੀਆਂ ਦੀ, ਉਹਦੇ ਪਿੱਛੇ ਡਾਕਟਰ ਪ੍ਰਿਤਪਾਲ ਸਿੰਘ ਹੋਣਾ ਨੇ ਦੱਸਿਆ ਕਿ 3 ਸਾਲ ਤੋਂ ਇੱਥੇ ਹੋ ਰਹੀ ਹੈ, ਪਰ ਇਹ ਨਹੀਂ ਹੋ ਸਕਦਾ ਕਿ ਇਹ ਫਿਰ ਸਿਰਫ 3 ਸਾਲ ਤੋਂ ਹੀ ਹੋਣੀ ਸ਼ੁਰੂ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਬੜੀ ਦੇਰ ਤੋਂ ਇਹ ਚੱਲ ਰਹੀ ਹੈ ਤੇ ਇਹਦੇ ਪਿੱਛੇ ਦਾ ਜਿਹੜਾ ਬ੍ਰੇਨ ਚਾਈਲਡ ਜਿਹੜਾ ਉਹ ਕਿਹਦਾ ਹੈਗਾ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਆਫ ਦਾ ਕੈਮਰਾ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਇਹ ਖੋਜ ਜਿਹੜੀ ਸੀਗੀ ਇਹ ਜਿਹੜਾ ਮੀਟ ਹੋ ਰਹੀ ਹੈ ਖੋਜਾਰਥੀਆਂ ਦੀ, ਇਹਦੇ ਪਿੱਛੇ ਤੁਸੀਂ ਕਾਫੀ ਲੰਮਾ ਸਮਾਂ ਇਹਦੇ ਉੱਤੇ ਤੁਸੀਂ ਕੰਮ ਕੀਤਾ ਤੇ ਅੱਜ ਜਿਹੜਾ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਵੀ ਇਹ ਚੀਜ਼ ਪਹੁੰਚੀ ਹੈਗੀ ਹੈ ਤੇ ਇੱਥੋਂ ਦੇ ਖੋਜਾਰਥੀਆਂ ਨੂੰ ਵੀ ਇਸ ਚੀਜ਼ ਦਾ ਲਾਭ ਹੋ ਰਿਹਾ ਹੈ। ਤੁਸੀਂ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਇਹ ਦੱਸੋਗੇ ਕਿ ਇਸ ਮੀਟ ਨੂੰ ਕਰਾਉਣ ਦੇ ਪਿੱਛੇ ਦਾ ਮਕਸਦ ਤੁਹਾਡਾ ਕੀ ਰਿਹਾ, ਕਿਉਂਕਿ ਇਹ ਹੁੰਦਾ ਯੂਨੀਵਰਸਿਟੀ ਦੇ ਵਿੱਚ ਖੋਜ ਹੋ ਰਹੀ ਆ ਸਫੀਸ਼ੀਐਂਟ ਹੈ, ਕੀ ਇਹਦੇ ਪਿੱਛੇ ਕੁਝ ਹੋਰ ਵੀ ਮਕਸਦ ਰਹੇ? ਧੰਨਵਾਦ ਜੀ, ਤੁਸੀਂ ਇਸ ਵਿਸ਼ੇ 'ਤੇ ਗੱਲ ਕਰਨੀ ਚਾਹੀ ਸਾਡੇ ਨਾਲ। ਮੈਂ ਥੋੜ੍ਹਾ ਜਿਹਾ ਇਹਦਾ ਪਿੱਠ ਭੂਮੀ ਦੱਸ ਦਿੰਦਾ ਕਿ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਜਿਹੜੀ ਆ ਉਹ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਉਹ ਸੰਸਥਾ ਹੈ ਜਿਹਨੇ ਹਿੰਦੁਸਤਾਨ 'ਚ ਸਾਇੰਟੀਫਿਕ ਟੈਂਪਰਾਮੈਂਟ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ, ਔਰ ਮੈਂ ਇਹ ਕਹਾਂਗਾ ਕਿ ਉਹ ਵਧਾਈ ਦੇ ਪਾਤਰ ਨੇ ਕਿ ਉਹ ਇਸ ਕੋਸ਼ਿਸ਼ ਵਿੱਚ ਕਾਮਯਾਬ ਰਹੇ। ਇੰਡੀਅਨ ਸਾਇੰਸ ਕਾਂਗਰਸ ਨੇ ਜਿੱਥੇ ਵੀ ਇੰਡੀਅਨ ਸਾਇੰਸ ਕਾਂਗਰਸ ਦੀਆਂ ਈਵੈਂਟਸ ਹੋਈਆਂ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਜਿਹੜਾ ਇਹਦਾ ਪ੍ਰਚਲਨ ਆ ਉਹਨੂੰ ਕਿਸੇ ਤਰੀਕੇ ਨਾਲ ਇਸ ਤਰ੍ਹਾਂ ਦਾ ਕੀਤਾ ਜਾਵੇ ਕਿ ਜਿਹੜਾ ਸਾਇੰਟੀਫਿਕ ਟੈਂਪਰਾਮੈਂਟ ਲੋਕਾਂ 'ਚ ਅਸੀਂ ਪੈਦਾ ਕਰਨਾ ਚਾਹੁੰਦੇ ਹਾਂ ਜਾਂ ਸਾਇੰਸ ਦੀਆਂ ਗੱਲਾਂ ਕਰਨਾ ਚਾਹੁੰਦੇ ਹਾਂ ਉਹ ਕਿਸੇ ਢੰਗ ਨਾਲ ਗ੍ਰਾਸ ਰੂਟ ਲੈਵਲ 'ਤੇ ਜਾਣ। ਅਤੇ ਉਹਦੇ ਲਈ ਉਹਨਾਂ ਨੇ ਕੀ ਕੀਤਾ ਕਿ ਸਟੇਟ ਲੈਵਲ 'ਤੇ ਚੈਪਟਰਸ ਬਣਾਏ। ਪੰਜਾਬ ਦੇ ਲਈ ਇਹ ਬਹੁਤ ਵੱਡੇ ਭਾਗਾਂ ਵਾਲੀ ਗੱਲ ਮੈਂ ਕਹੂੰਗਾ ਪੰਜਾਬੀ 'ਚ ਕਿ ਇਟਸ ਐਨ ਔਨਰ ਕਿ ਇੰਡੀਅਨ ਸਾਇੰਸ ਕਾਂਗਰਸ ਦਾ ਇੱਕ ਈਵੈਂਟ 1996 'ਚ ਪਟਿਆਲਾ ਯੂਨੀਵਰਸਿਟੀ 'ਚ ਹੁੰਦਾ ਹੈ ਅਤੇ ਪਟਿਆਲੇ ਯੂਨੀਵਰਸਿਟੀ 'ਚ ਜਦੋਂ ਹੁੰਦਾ ਹੈ ਤਾਂ ਪ੍ਰੋਫੈਸਰ IJS ਬਾਂਸਲ ਉਦੋਂ ਇਸ ਈਵੈਂਟ ਨੂੰ ਔਰਗੇਨਾਈਜ਼ ਕਰਵਾਉਂਦੇ ਨੇ ਅਤੇ ਉਹਨਾਂ ਨੇ ਉਦੋਂ ਇਹ ਬੜੀ ਮਿਹਨਤ ਨਾਲ ਪਟਿਆਲਾ ਚੈਪਟਰ ਜਿਹੜਾ ਹੈ ਇੰਡੀਅਨ ਸਾਇੰਸ ਕਾਂਗਰਸ ਦਾ ਉਹ ਪੰਜਾਬ ਦਾ ਉਹ ਪਟਿਆਲਾ ਯੂਨੀਵਰਸਿਟੀ ਵਿੱਚ ਸਥਾਪਿਤ ਕਰ ਲਿਆ। ਔਰ ਇਸ ਚੈਪਟਰ ਦੇ ਰਾਹੀਂ 1996 ਤੋਂ ਲੈ ਕੇ ਅੱਜ 2022 ਤੱਕ ਲਗਾਤਾਰ ਬਹੁਤ ਸਾਰੇ ਪ੍ਰੋਗਰਾਮ, ਚਾਹੇ ਉਹ ਸਾਇੰਸ ਕੁਇਜ਼ ਦੇ ਹੋਣ, ਸਾਇੰਸ ਫੇਅਰਸ ਦੇ ਹੋਣ, ਚਿਲਡਰਨ ਸਾਇੰਸ ਕਾਂਗਰਸ ਦੀ ਗੱਲ ਹੋਈ ਹੋਵੇ,
ਉਹ ਕਿਉਂਕਿ ਹੁਣ ਪੰਜਾਬ 'ਚ ਚਿਲਡਰਨ ਸਾਇੰਸ ਕਾਂਗਰਸ, ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਰਾਹੀਂ ਹੋ ਰਹੀ, ਉਹ ਇਨੀਸ਼ੀਏਸ਼ਨ ਵੀ ਇਸੇ ਚੈਪਟਰ ਤੋਂ ਸਟਾਰਟ ਹੋਈ ਸੀ। ਅਸੀਂ ਅੱਜ ਦੇ ਮੁੱਦੇ ਦੀ ਗੱਲ ਕਰੀਏ ਤਾਂ ਜਿਹੜਾ ਇਹ ਰਿਸਰਚ ਸਕਾਲਰ ਮੀਟ ਆ, ਇਹ ਪਿਛਲੇ 3 ਸਾਲ ਤੋਂ ਅਸੀਂ ਇੱਥੇ ਕਰਵਾਉਣੀ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਅਸੀਂ ਛੋਟੇ ਵਰਕਸ਼ਾਪਸ ਕਰਵਾਈਆਂ। ਅਸਲ 'ਚ ਮੁੱਦਾ ਇਹ ਹੈ ਕਿ ਜਿੰਨੀਆਂ ਵੀ ਕਾਨਫਰੰਸਿਸ ਹੋਣੀਆਂ ਉਹਨਾਂ ਦੇ ਵਿੱਚ ਅਸੀਂ ਐਕਸਪਰਟਸ ਦੀ ਜ਼ਿਆਦਾ ਸੁਣਦੇ ਹਾਂ ਅਤੇ ਛੋਟੀਆਂ ਖੋਜਾਂ 'ਤੇ ਸੋਚਣ ਦਾ, ਧਿਆਨ ਦੇਣ ਦਾ ਕੋਈ ਸਾਧਨ ਨਹੀਂ ਬਣਦਾ, ਅਵੇਸਲੇ ਹੋ ਜਾਂਦੇ। ਜਾਂ ਮੈਂ ਇਹਨੂੰ ਇਹ ਕਹਿੰਦਾ ਕਿ ਅਸੀਂ ਕਈ ਵਾਰ ਪ੍ਰੈਫਰ ਨਹੀਂ ਕਰਦੇ, ਪਰ ਹੁਣ ਜਿਸ ਯੁੱਗ 'ਚ ਅਸੀਂ ਰਹਿ ਰਹੇ ਹਾਂ ਨਾ, ਇਹਨੂੰ ਅਸੀਂ ਕਹਿੰਦੇ ਸੰਚਾਰ ਦਾ ਯੁੱਗ, ਕਮਿਊਨੀਕੇਸ਼ਨ ਏਜ 'ਚ ਰਹਿ ਰਹੇ ਹਾਂ, ਜਿਹਦੇ 'ਚ ਕਮਿਊਨੀਕੇਸ਼ਨ ਬੜੀ ਫਾਸਟ ਹੋ ਰਹੀ ਹੈ। ਅਤੇ ਇਹ ਸਾਡੇ ਸਾਰੇ ਗਰੁੱਪ ਨੇ, ਜਿਹਦੇ 'ਚ ਪ੍ਰੋਫੈਸਰ ਧਾਮੀਵਾਲ ਨੇ, ਡਾਕਟਰ IJS ਬਾਂਸਲ ਨੇ, ਡਾਕਟਰ ਤਰਲੋਕ ਸਿੰਘ ਨੇ, ਡਾਕਟਰ JL ਭਨੋਟ ਨੇ, ਪਵਾਰ ਸਾਹਿਬ ਵੀ ਸੀਗੇ, ਉਹਨਾਂ ਦੀ ਡੈਥ ਹੋ ਗਈ ਆ। ਪਰ ਇਹ ਹੈ ਕਿ ਉਹ ਸਾਰੇ ਦਾ ਸਾਰਾ ਅਸੀਂ ਸੋਚਿਆ ਕਿ ਕਿਉਂ ਨਾ ਇੱਕ ਮੌਕਾ ਅਸੀਂ ਯੰਗਸਟਰ ਜਿਹੜੇ ਖੋਜਾਂ ਕਰਦੇ ਨੇ, ਅਸੀਂ ਗਾਈਡ ਕਰਦੇ ਹਾਂ, ਪਰ ਖੋਜ ਡਾਟਾ ਸਾਰਾ ਉਹ ਕਰਦੇ ਆ, ਅਸੀਂ ਸਿਰਫ ਉਹ 'ਚ ਕਰੈਕਸ਼ਨਾਂ ਕਰਦੇ ਹਾਂ, ਸਾਧਨ ਬਣਾਉਂਦੇ ਹਾਂ, ਅਤੇ ਉਹਨਾਂ ਨੂੰ ਇੱਕ ਮੌਕਾ ਦਈਏ ਕਿ ਉਹ ਆਪਣੀਆਂ ਗੱਲਾਂ ਕਰਨ, ਆਪਣੀਆਂ ਖੋਜਾਂ ਦੀਆਂ ਗੱਲਾਂ ਆਪਸ 'ਚ ਕਰਨ। ਫਿਰ ਪਹਿਲੀ ਵਾਰ ਅਸੀਂ ਜਦੋਂ ਇਹ ਪੰਜਾਬੀ ਯੂਨੀਵਰਸਿਟੀ 'ਚ ਮੀਟ ਕਰਵਾਈ, 1 ਦਿਨ ਦੀ ਕਰਵਾਈ, ਅਤੇ ਉਹਦੇ 'ਚ ਸਾਨੂੰ ਬੜਾ ਉਤਸ਼ਾਹਿਤ ਹੋਏ ਕਿ ਉਸ 1 ਦਿਨ ਦੀ ਮੀਟ ਦੇ ਵਿੱਚ ਹੀ ਲਗਭਗ 67 ਪਰਚੇ ਸਾਡੇ ਕੋਲ ਬੱਚਿਆਂ ਨੇ ਪੜ੍ਹੇ। ਅਤੇ ਉਹ 'ਚ ਸਾਨੂੰ ਸੈਕਸ਼ਨ ਬਣਾਉਣੇ ਪਏ, ਮੈਡੀਕਲ ਸੈਕਸ਼ਨ ਬਣਾ ਤਾ, ਇੰਜੀਨੀਅਰਿੰਗ ਸੈਕਸ਼ਨ ਬਣਾ ਤਾ। ਇਹ ਉਸ ਦੀ ਇੰਸਪੀਰੇਸ਼ਨ ਨੇ ਸਾਨੂੰ ਫਿਰ ਅੱਗੇ ਤੋਰਿਆ। ਅਤੇ ਇਸ ਵਾਰੀ ਅਸੀਂ ਇੱਥੇ ਜਿਹੜੀ 2022 'ਚ ਕਰਵਾ ਰਹੇ ਹਾਂ, ਉਹਦੇ 'ਚ ਅਸੀਂ ਟਾਈਟਲ ਵੀ ਇਹਦਾ ਇਹ ਰੱਖਿਆ ਕਿ ਇਨੋਵੇਸ਼ਨ ਜਿਹੜੀ ਹੈਗੀ ਆ, ਉਹਦੇ 'ਚ ਜਿਹੜੀ ਇਸ ਵੇਲੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਰਾਹੀਂ ਮਲਟੀ ਡਿਸਪਲਿਨਰੀ ਅਪਰੋਚ ਦੀ ਗੱਲ ਕੀਤੀ ਜਾ ਰਹੀ ਹੈ ਕਿ ਜੇ ਰਿਸਰਚ ਮਲਟੀ ਡਿਸਪਲਿਨਰੀ ਕਰਨੀ ਹੋਏ, ਉਸ ਇਨੋਵੇਸ਼ਨ ਕੰਟੈਕਸਟ ਦੇ ਵਿੱਚ ਕਿੱਦਾਂ ਦੀਆਂ ਕੰਪਲੀਕੇਸ਼ਨਸ, ਕਿੱਦਾਂ ਦੀਆਂ ਪ੍ਰੋਬਲਮਸ ਆ ਸਕਦੀਆਂ, ਉਹਨਾਂ ਇਸ਼ੂਜ਼ 'ਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ। ਔਰ ਮੈਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੂੰ ਇਸ ਗੱਲ ਲਈ ਪਹਿਲਾਂ ਵੀ ਕਿਹਾ ਕਿ ਵਧਾਈ ਦੇ ਪਾਤਰ ਨੇ ਕਿ ਲਗਾਤਾਰ ਇਹ ਈਵੈਂਟ ਕਰਾ ਰਹੇ, ਅਤੇ ਜਦੋਂ ਤੱਕ ਇਹ ਚਾਹਣਗੇ, ਅਸੀਂ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਪਟਿਆਲਾ ਚੈਪਟਰ ਵੱਲੋਂ ਅਸੀਂ ਚਾਹਾਂਗੇ ਕਿ ਇਹ ਕੰਟੀਨਿਊਟੀ ਜਿਹੜੀ ਇਹ ਫੀਚਰ ਦੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਇਹ ਫੀਚਰ ਬਣ ਜੇ ਕਿ ਹਰ ਸਾਲ ਇਹ ਇੱਦਾਂ ਦੀ ਮੀਟ ਜਿਹੜੀ ਆ ਉਹ ਇੱਥੇ ਕਰਵਾਈ ਜਾਵੇ, ਜਿਹਦੇ ਨਾਲ ਇੱਕ ਸਾਧਨ ਕ੍ਰੀਏਟ ਹੋਏਗਾ ਉਹਨਾਂ ਯੰਗ ਸਾਇੰਟਿਸਟਾਂ ਲਈ ਜਿਹੜੇ ਹਜੇ ਬਡਿੰਗ ਨੇ, ਜਿਹੜੇ ਹਜੇ ਪੁੰਗਰ ਰਹੇ ਨੇ, ਔਰ ਉਹਨਾਂ ਨੂੰ ਇਹ ਵੀ ਮੌਕਾ ਮਿਲੂਗਾ ਕਿ ਜੇ ਮੈਂ ਇਹ ਕੰਮ ਕਰ ਰਿਹਾ ਤਾਂ ਹਿੰਦੁਸਤਾਨ 'ਚ ਜਾਂ ਹੌਲੇ ਹੌਲੇ ਦੁਨੀਆ 'ਚ ਇਹ ਕਿੱਥੇ ਕਿੱਥੇ ਇੱਦਾਂ ਦੇ ਕੰਮ ਹੋ ਰਹੇ ਆ। ਹੋ ਸਕਦਾ ਅਸੀਂ ਇੱਦਾਂ ਦਾ ਕੋਈ ਪ੍ਰੋਵੀਜ਼ਨ, ਕਿਉਂਕਿ ਜੇ ਕੋਵਿਡ ਨੇ ਬਹੁਤ ਕੁਛ ਗਵਾਇਆ ਅਤੇ ਬਹੁਤ ਕੁਛ ਦਿੱਤਾ ਵੀ ਆ, ਅਤੇ ਉਹਦੇ 'ਚੋਂ ਔਨਲਾਈਨ ਸਿੱਖਿਆ ਦਾ ਮਾਧਿਅਮ ਜਿੱਦਾਂ ਦਾ ਪ੍ਰੋਡਿਊਸ ਹੋ ਰਿਹਾ, ਉਹਦੇ ਰਾਹੀਂ ਇਹਦੇ 'ਚ ਵੀ ਅਸੀਂ 2 ਹਿੱਸੇ ਕਰ ਦਿੱਤੇ ਕਿ ਪਹਿਲਾ ਦਿਨ ਅਸੀਂ ਔਨਲਾਈਨ ਰੱਖਿਆ, ਅੱਜ ਦਾ ਦਿਨ ਆਫਲਾਈਨ ਹੈ। ਅਤੇ ਔਨਲਾਈਨ ਦੇ ਵਿੱਚ ਮੈਨੂੰ ਬੜੀ ਹੈਰਾਨੀ ਹੋਈ ਕਿ ਬਹੁਤ ਸਾਰੇ ਜਿਹੜੇ ਇਹਨਾਂ ਨੇ ਜੱਜਿਸ ਬਣਾਏ, ਐਕਸਪਰਟਸ ਬਣਾਏ, ਉਹਨਾਂ ਦੀਆਂ ਮੈਨੂੰ ਫੋਨ ਆਏ ਕਿ ਡਾਕਟਰ ਸਾਹਿਬ ਪਾਰਟੀਸਪੇਸ਼ਨ ਬੜੀ ਦੂਰ ਦੂਰ ਤੋਂ ਹੋਈ ਹੈ, ਨਾਗਾਲੈਂਡ ਤੋਂ, ਮਿਜ਼ੋਰਮ ਤੋਂ, ਤਾਮਿਲਨਾਡੂ ਤੋਂ, ਆਂਧਰਾ ਪ੍ਰਦੇਸ਼ ਤੋਂ, ਕੇਰਲ ਤੋਂ। ਸੋ ਉਹਦੇ ਨਾਲ ਇਹ ਮੈਨੂੰ ਲੱਗਦਾ ਕਿ ਅਸੀਂ ਜੋ ਮਕਸਦ ਲਿਆ ਸੀ ਕਿ ਯੰਗਸਟਰ ਇੱਕ ਪਲੇਟਫਾਰਮ 'ਤੇ ਆਉਣ, ਇੱਕ ਉਹਨਾਂ ਨੂੰ ਸਥਾਨ ਦਈਏ ਜਿੱਥੇ ਉਹ ਬੈਠ ਕੇ ਰਲ ਕੇ ਗੱਲਾਂ ਕਰਨ। ਅਸਲ 'ਚ ਜਿਹੜਾ ਇੱਕ ਐਜੂਕੇਸ਼ਨ ਕਲਚਰ ਨਾਂ ਦੀ ਚੀਜ਼ ਆ, ਸੱਭਿਆਚਾਰ, ਪੜ੍ਹਨ ਦਾ ਸੱਭਿਆਚਾਰ ਜਿਹੜਾ ਆ ਉਹ ਖਤਮ ਹੋ ਰਿਹਾ ਸੀ, ਅਤੇ ਅਸੀਂ ਇਸ ਮਾਧਿਅਮ ਰਾਹੀਂ ਉਹਨੂੰ ਸਰਵਾਈਵ ਕਰਵਾਉਣ ਦੀ ਕੋਸ਼ਿਸ਼ ਸੀ ਸਾਡੀ। ਬੱਚੇ ਆਪਸ 'ਚ ਮਿਲ ਕੇ ਗੱਲਾਂ ਕਰਨ, ਆਪਣੀਆਂ ਪ੍ਰੋਬਲਮਸ ਡਿਸਕਸ ਕਰਨ, ਉਹਨਾਂ ਦੇ ਹੱਲ ਲੱਭਣ, ਉਹਦੇ 'ਚ ਨਵੀਆਂ ਇਨੋਵੇਸ਼ਨਸ ਕਰਨ। ਇਹ ਇੱਕ ਸਵਾਲ ਮੈਂ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨੂੰ ਵੀ ਪੁੱਛਿਆ ਸੀ, ਤੁਹਾਨੂੰ ਵੀ ਪੁੱਛਦਾ। ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨੂੰ ਪਿਛਲੇ 3 ਸਾਲ ਤੋਂ ਉਹਨਾਂ ਨੇ ਇਹ ਇੱਥੇ ਸਟਾਰਟ ਕਰਵਾਇਆ, ਲੇਕਿਨ ਤੁਸੀਂ ਇਹਦੇ ਪਿੱਛੇ ਜਿਹੜੇ ਬ੍ਰੇਨ ਚਾਈਲਡ ਤੁਹਾਡਾ ਰਿਹਾ ਇੱਥੋਂ ਕਰਵਾਉਣ ਲੱਗਦਾ, ਪਿੱਛੇ ਵੀ ਤੁਸੀਂ ਯੂਨੀਵਰਸਿਟੀ ਦੇ ਵਿੱਚ ਵੀ ਕਰਵਾਇਆ। ਮੈਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਖੋਜਾਰਥੀਆਂ ਨੂੰ ਮਿਲਾਤਾ, ਖੋਜਾਰਥੀਆਂ ਨੇ ਆ ਕੇ ਆਪਣਾ ਪਰਚਾ ਪੜ੍ਹ ਲਿਆ, ਖੋਜਾਰਥੀਆਂ ਨੂੰ ਮਿਲਾਤਾ, ਤਾਂ ਖੋਜਾਰਥੀਆਂ ਨੇ ਉਹ ਆ ਕੇ ਪਰਚੇ ਪੜ੍ਹੇ, ਪਰ ਜਦੋਂ ਉਹ ਖੋਜਾਰਥੀ ਉੱਥੇ ਆਪਣੇ ਪਰਚੇ ਪੜ੍ਹ ਰਹੇ ਹੋਣਗੇ ਤਾਂ ਉਹ ਇਹ ਵੀ ਦੇਖ ਰਹੇ ਹੋਣਗੇ ਕਿ ਮੈਂ ਆਹ ਖੋਜ ਕਰ ਰਿਹਾ, ਮੇਰੀ ਇਸ ਖੋਜ ਦੇ ਵਿੱਚ ਆਹ ਕਮੀ ਹੈ,
ਮੈਂ ਇਸ ਨਾਲ ਮਿਲ ਕੇ ਚੱਲਾਂ ਤਾਂ ਮੈਨੂੰ ਇਸ ਚੀਜ਼ ਦਾ ਬੈਨੀਫਿਟ ਹੋਏਗਾ। ਤੇ ਉਹ ਜਦੋਂ ਆਪਸ 'ਚ ਮਿਲ ਕੇ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਬੈਨੀਫਿਟ ਹੋਇਆ ਵੀ ਹੋਏਗਾ। ਕੀ ਆਪਣੇ ਕੋਲ ਇਦਾਂ ਦਾ ਕੋਈ ਡਾਟਾ ਹੈ ਜਿਹਦੇ ਵਿੱਚ ਖੋਜਾਰਥੀਆਂ ਨੇ ਆਪਸ 'ਚ ਮਿਲ ਕੇ ਕੰਮ ਕੀਤਾ ਹੋਵੇ ਤੇ ਉਹਨਾਂ ਨੂੰ ਉਸ ਚੀਜ਼ ਦਾ ਬੈਨੀਫਿਟ ਹੋਇਆ ਹੋਵੇ? ਤੇ ਜੇ ਹੈ ਤੇ ਕਿਉਂ ਨਹੀਂ ਉਹਨਾਂ ਨੂੰ ਟੈਸਟੀਮੋਨੀਅਲ ਦੇ ਤੌਰ ਦੇ ਉੱਤੇ ਹਰ ਵਾਰੀ ਪੇਸ਼ ਕੀਤਾ ਜਾਂਦਾ ਵੀ ਆਹ ਦੇਖੋ ਇਹ ਸਮਿਟ ਜਿਹੜੇ ਕਰਾਏ ਨੇ ਅਸੀਂ, ਉਹਨਾਂ ਚੀਜ਼ ਇਹ ਵਿਅਰਥ ਨਹੀਂ ਜਾ ਰਹੇ, ਇਹਨਾਂ ਦਾ ਬੈਨੀਫਿਟ ਹੋ ਰਿਹਾ ਇਹਨਾਂ ਚੀਜ਼ਾਂ ਦਾ। ਕੁਝ ਅਜਿਹਾ ਕੀਤਾ ਗਿਆ? ਬਿਲਕੁਲ, ਜਿਹੜਾ ਇਹ ਕੋਸ਼ਿਸ਼ ਸੀ ਉਹ ਇਸੇ ਢੰਗ ਨਾਲ ਕੀਤੀ ਗਈ ਆ। ਔਰ ਮੈਨੂੰ ਇਹ ਦੱਸਣ 'ਚ ਹਰਜ ਨਹੀਂ ਹੈ, ਪਿਛਲੀ ਵਾਰ ਜਦੋਂ ਇੱਥੇ ਇਹ ਮੀਟ ਕਰਵਾਈ ਗਈ ਤੇ ਅਸੀਂ ਇਹਦੇ ਵਿੱਚ ਫਿਲਾਸਫੀ ਦੇ, ਆਰਟਸ ਦੇ ਬੱਚਿਆਂ ਨੂੰ ਵੀ ਮੌਕਾ ਦਿੱਤਾ। ਔਰ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ, ਬੁੱਧੀਜੀਵੀਆਂ ਨੂੰ ਤਾਂ ਪਤਾ ਹੀ ਆ, ਪਰ ਆਮ ਲੋਕਾਂ ਨੂੰ ਨਹੀਂ ਪਤਾ ਹੋਏਗਾ ਕਿ ਭਾਸ਼ਾ ਦੇ ਵਿੱਚ ਵੀ ਇੱਕ ਸਾਇੰਟੀਫਿਕ ਟੈਂਪਰਾਮੈਂਟ ਹੁੰਦਾ ਆ, ਜਿਹਨੂੰ ਅਸੀਂ ਲਿੰਗੁਇਸਟਿਕ ਕਹਿੰਦੇ ਹਾਂ। ਅਤੇ ਉਸ ਲਿੰਗੁਇਸਟਿਕ ਦੇ ਮਾਧਿਅਮ ਤੋਂ ਇੱਥੇ ਬਹੁਤ ਸਾਰੇ ਪਰਚੇ ਹੋਏ। ਅਤੇ ਮੈਂ ਇੱਕ ਬੜਾ ਇੰਟਰਸਟਿੰਗ ਤੁਹਾਡੇ ਨਾਲ, ਜਿੱਦਾਂ ਦਾ ਮੇਰਾ ਖਿਆਲ ਮੇਰਾ ਕੁਐਸਚਨ ਤੁਹਾਡੇ ਨੂੰ ਮੈਂ ਜਸਟੀਫਾਈ ਕਰ ਸਕਾਂਗਾ ਕਿ ਪੰਜਾਬੀ ਯੂਨੀਵਰਸਿਟੀ 'ਚ ਇੱਕ ਖੋਜਾਰਥੀ ਹੈ ਧਰਮਵੀਰ ਹੋਣੀ, ਉਹਨਾਂ ਨੇ ਇੱਕ ਕੰਮ ਕੀਤਾ ਲਿੰਗੁਇਸਟਿਕ ਦਾ, ਅਤੇ ਬੇਸਿਕਲੀ ਉਹ ENT ਡਿਪਾਰਟਮੈਂਟ ਦੇ ਵਿੱਚ ਸਪੀਚ ਥੈਰੇਪਿਸਟ ਨੇ। ਅਤੇ ਜਦੋਂ ਉਹ ਕੰਮ ਹੋਇਆ ਅਤੇ ਉਸ ਕੰਮ ਦੇ ਰਾਹੀਂ ਉਹਨਾਂ ਨੂੰ ਇਹ ਇੱਕ ਨਵੀਂ ਗੱਲ ਪਤਾ ਲੱਗੀ ਕਿ ਜਿੱਦਾਂ ਬਹੁਤ ਸਾਰੇ ਉਚਾਰਨ ਨੇ, ਜੇ ਉਹ ਉਚਾਰਨ ਸਾਇੰਟੀਫਿਕਲੀ ਉਸ ਢੰਗ ਨਾਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏ ਅਤੇ ਜਿਹੜਾ ਇੱਕ ਬੱਚਾ ਜਿਹਨੂੰ ਸਪੀਚ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਤਤਲਾ ਰਿਹਾ ਹੈ, ਜਾਂ ਕੋਈ ਹੋਰ ਪ੍ਰੋਬਲਮ ਆ ਰਹੀਆਂ ਨੇ, ਕੁਝ ਖਾਸ ਸ਼ਬਦ ਨਹੀਂ ਉਚਾਰ ਕਰ ਰਿਹਾ, ਅਤੇ ਉਹ ਬੜਾ ਸੌਖਾ ਕਰ ਲੂਗਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਇੱਦਾਂ ਦਾ, ਹਜੇ ਸਾਡੇ ਕੋਲ ਹਜੇ ਸਿਰਫ 5-7 ਸਾਲ ਦਾ ਡਾਟਾ ਆ। ਅਸੀਂ ਚਾਹੁੰਦੇ ਸੀ ਕਿ ਇਹ ਡਾਟਾ ਜਦੋਂ ਸਾਡੇ ਕੋਲ ਸਾਰਾ ਆਵੇ ਅਤੇ ਉਹਦੇ 'ਚ ਫਿਰ ਜਿੱਦਾਂ ਦਾ ਜੰਕਸ਼ਨ ਇੱਥੇ ਬਣਨ ਦੀ ਕੋਸ਼ਿਸ਼ ਹੋਈ, ਅਤੇ ਉਹ ਜੰਕਸ਼ਨ ਜਿਹੜਾ ਉਹ ਬਣਿਆ ਜਾਂ ਉਹਦੇ 'ਚੋਂ ਕੀ ਫਰੂਟਫੁਲ ਨਿਕਲਿਆ। ਅਸਲ 'ਚ ਇਹਦੇ 'ਚ ਵੱਡੀ ਦਿੱਕਤ ਜਿਹੜੀ ਹੈ ਨਾ, ਉਹ ਸ਼ਾਇਦ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣ ਨੂੰ ਕੋਸ਼ਿਸ਼ ਵੀ ਹੈ ਅਤੇ ਮੈਂ ਕਹਿ ਵੀ ਰਿਹਾ ਕਿ ਉਹਦੇ 'ਚ ਇੱਕ ਵੱਡੀ ਪ੍ਰੋਬਲਮ ਜਿਹੜੀ ਹੈ ਨਾ, ਉਹ ਸ਼ਾਇਦ ਸਾਡੀ ਸੈਲਫ ਈਗੋ ਦੀ ਆ ਜਾਂਦੀ ਹੈ। ਉਹਦੇ 'ਚ ਕਈ ਵਾਰ ਪ੍ਰੋਬਲਮ ਸਟੂਡੈਂਟਸ ਦੀ ਘੱਟ ਹੁੰਦੀ ਆ, ਅਮੰਗ ਦਾ ਗਾਈਡਸ ਆ ਜਾਂਦੀ ਹੈ। ਸੋ ਉਹ ਦਿੱਕਤਾਂ ਵੀ ਬੜੀਆਂ ਵੱਡੀਆਂ ਨੇ। ਪਰ ਫਿਰ ਵੀ ਮੈਂ ਇੱਕ ਗੱਲ ਦਾ ਬੜਾ ਧਾਰਨੀ ਹੈ ਕਿ ਜਦੋਂ ਕੋਈ ਗੱਲ ਤੁਰ ਪੈਂਦੀ ਹੈ ਨਾ, ਤਾਂ ਫਿਰ ਉਹ ਠਿੱਲ ਵੀ ਪੈਂਦੀ ਆ, ਅਤੇ ਫਿਰ ਉਹ ਚੱਲ ਵੀ ਪੈਂਦੀ ਆ, ਅਤੇ ਜਦੋਂ ਚੱਲ ਪਏ ਫਿਰ ਉਹ ਦੌੜ ਵੀ ਲੈਂਦੀ ਆ। ਸੋ ਮੇਰੇ ਹਿਸਾਬ ਨਾਲ ਇਹ ਇੱਕ ਉਪਰਾਲਾ ਆ। ਉਸ ਉਪਰਾਲੇ ਦੇ ਰਾਹੀਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਸਪੀਚ ਥੈਰੇਪਿਸਟ ਲਿੰਗੁਇਸਟਿਕ ਡਿਪਾਰਟਮੈਂਟ 'ਤੇ ਜਾ ਕੇ PhD ਕੀਤੀ ਆ ਉਹਨੇ, ਔਰ ਉਹ PhD ਬੜੀ ਫਰੂਟਫੁੱਲ ਆ। ਉਹਨੇ ਬਾਅਦ 'ਚ ਬੰਬੇ ਇੰਟਰਨੈਸ਼ਨਲ ਲੈਵਲ 'ਤੇ ਉਹਦੀਆਂ ਪ੍ਰੈਜੈਂਟੇਸ਼ਨਸ ਕੀਤੀਆਂ ਨੇ, ਔਰ ਉਹਨੂੰ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਵੱਲੋਂ ਪ੍ਰੋਜੈਕਟ ਦੀ ਪੇਸ਼ਕਸ਼ ਹੋਈ ਆ ਵੀ ਤੂੰ ਇਹ 'ਤੇ ਵੱਡਾ ਪ੍ਰੋਜੈਕਟ ਕਰ, ਔਰ ਇਹਦੇ 'ਚ ਇਕੱਲੀ ਪੰਜਾਬੀ ਹਿੰਦੀ ਦੀ ਗੱਲ ਨਹੀਂ ਕਰਨੀ, ਆਪਾਂ ਇੰਗਲਿਸ਼ ਦੀ ਵੀ ਗੱਲ ਕਰੀਏ, ਆਪਾਂ ਹੋਰ ਭਾਸ਼ਾ ਦਾ ਵੀ, ਕਿਉਂਕਿ ਅੱਜ ਕੱਲ੍ਹ ਭਾਸ਼ਾ ਦਾ ਮਾਧਿਅਮ ਜਿਹੜਾ ਹੈ ਸਰ, ਉਹ ਸੰਚਾਰ ਦੀ ਏਜ ਦੇ ਵਿੱਚ ਬੜਾ ਮਹੱਤਵਪੂਰਨ ਹੈ। ਸੋ ਮੇਰੇ ਹਿਸਾਬ ਨਾਲ ਇਹਦੇ ਨਾਲ ਬੜੀਆਂ ਵੱਡੀਆਂ ਹੋਰੀਜ਼ਨਸ, ਬੜੀਆਂ ਵੱਡੀਆਂ ਓਪਰਚੁਨਿਟੀਜ਼ ਪੈਦਾ ਹੋਣਗੀਆਂ। ਬੱਚੇ ਇੱਦਾਂ ਦੇ ਕੰਮ ਕਰਨਗੇ। ਜਿਹੜਾ ਥੈਰੇਪਿਸਟ ਹੈਗਾ ਆ, ਉਹ ਕੁਐਕਸ ਕੋਲੇ ਵੀ ਜਾ ਸਕਦਾ। ਜਿਹੜੇ ਕੁਐਕਸ ਆ, ਉਹ ਡਿਪਾਰਟਮੈਂਟਾਂ ਨੂੰ ਅਪਰੋਚ ਕਰਨਗੇ, ਸਾਨੂੰ ਆਹ ਸਿਖਾਓ, ਅਸੀਂ ਮਰੀਜ਼ਾਂ ਨੂੰ ਸਹੀ ਗਾਈਡ ਕਰ ਸਕਦੇ ਹਾਂ। ਸੋ ਮੇਰੇ ਹਿਸਾਬ ਨਾਲ ਜਿਹੜਾ ਕੁਐਕਿਜ਼ਮ ਆ, ਜਿਹੜੀਆਂ ਵਹਿਮ ਭਰਮ ਆ, ਇਹਨਾਂ 'ਤੇ ਇੱਦਾਂ ਦਾ ਹੀ ਇੱਕ ਫੰਕਸ਼ਨ ਅਸੀਂ ਪਿਛਲੇ ਦਿਨਾਂ 'ਚ ਮਲੇਰਕੋਟਲੇ ਡਿਸਟ੍ਰਿਕਟ 'ਚ ਕੀਤਾ। ਉਹਦੇ 'ਚ ਅਸੀਂ ਸਾਇੰਟੀਫਿਕ ਕੁਇਜ਼ ਦੀ ਗੱਲ ਕੀਤੀ ਸੀ, ਪਰ ਉੱਥੇ ਇੱਕ ਬਹੁਤ ਵਧੀਆ ਇਨਸਾਨ ਨੇ ਡਾਕਟਰ ਜਸਵਿੰਦਰ ਸਿੰਘ, ਜਿਹੜੇ ਕਿ ਆਪਣੀ ਕਾਰ 'ਚ ਹੀ ਆਪਣੀ ਲੈਬ ਲੈ ਕੇ ਤੁਰੇ ਫਿਰਦੇ ਆ। ਫਿਰ ਅਸੀਂ ਉਹਨਾਂ ਦੀ ਡੈਮੋ ਕਰਵਾਈ, ਅਤੇ ਉਹ ਕਹਿੰਦੇ ਡਾਕਟਰ ਸਾਹਿਬ ਮੈਂ ਡੈਮੋ ਅੱਜ ਇਹ ਕਰਾਂਗਾ ਕਿ ਅਸੀਂ ਜੋਤੀ ਪ੍ਰਜਵਲਨ ਕਰਨੀ ਆ, ਪਰ ਕਰਨੀ ਵਿਦਾਊਟ ਤੇਲ ਜਾਂ ਘਿਓ ਤੋਂ ਆ, ਵਿਦਾਊਟ ਬੱਤੀ ਤੋਂ ਆ, ਅਤੇ ਉਹਦੇ ਨਾਲ ਇੱਕ ਤਾਂ ਸਮਝ ਆਊਗੀ, ਇੱਕ ਲੋਕਾਂ ਦਾ ਭਰਮ ਟੁੱਟੂਗਾ, ਜਿਹੜੇ ਬਾਬੇ ਧੂਣੀ ਲਾ ਕੇ ਉਹ 'ਚੋਂ ਅੱਗ ਪੈਦਾ ਕਰਦੇ ਆ। ਅਤੇ ਉਹ ਬੜਾ ਸਿੰਪਲ ਜਿਹਾ ਇੱਕ ਮਤਲਬ ਹੈਗਾ ਆ, ਪ੍ਰਯੋਗ ਆ, ਅਤੇ ਉਸ ਪ੍ਰਯੋਗ ਦੇ ਰਾਹੀਂ ਉਹਨਾਂ ਨੇ ਉਹ ਸਿੱਧ ਕੀਤਾ। ਸਾਡਾ ਜਿਹੜਾ ਪਰਪਸ ਆ ਨਾ ਇੰਡੀਅਨ ਸਾਇੰਸ ਕਾਂਗਰਸ ਪਟਿਆਲਾ ਚੈਪਟਰ ਦਾ ਜਾਂ ਪੰਜਾਬ ਅਕੈਡਮੀ ਆਫ ਸਾਇੰਸਿਸ ਦਾ, ਉਹ ਇਹ ਹੈ ਕਿ ਪੰਜਾਬ ਦੇ ਵਿੱਚ ਸਾਇੰਸ ਦੇ ਵਿਸ਼ੇ ਨੂੰ ਪੰਜਾਬੀ 'ਚ ਗੱਲ ਕੀਤੀ ਜਾਏ,
ਸਾਇੰਸ ਦੇ ਵਿਸ਼ੇ ਨੂੰ ਇਦਾਂ ਪ੍ਰੋਡਿਊਸ ਕੀਤਾ ਜਾਏ ਕਿ ਇਹ ਬੜਾ ਸਧਾਰਨ ਹੈ ਤੇ ਬੜਾ ਆਮ ਜਿਹਾ ਹੈ। ਕਿਉਂਕਿ ਜੇ ਸਾਇੰਸ ਦੀ ਡੈਫੀਨੇਸ਼ਨ ਕਿਤੇ ਤੁਸੀਂ ਪੜ੍ਹੋ ਵੀ ਕਿਸੇ ਵੀ ਸੰਚਾਰ ਮਾਧਿਅਮ ਤੇ ਪੜ੍ਹੋ ਜਾਂ ਉੱਦਾਂ ਪੜ੍ਹੋ, ਤੇ ਇਹ ਸਿੰਪਲ ਜੀ ਡੈਫੀਨੇਸ਼ਨ ਹੈ ਕਿ ਨੈਚੁਰਲ ਫਿਨੋਮੀਨਨਸ ਨੂੰ ਅਸੀਂ ਰੀਪਰੋਡਿਊਸ ਕਰਨਾ ਆ, ਉਹਨੂੰ ਅਸੀਂ ਸਾਇੰਸ ਕਹਿੰਦੇ ਆ। ਉਹ ਫਿਨੋਮੀਨਾ ਆਲਰੇਡੀ ਨੇਚਰ 'ਚ ਹੈਗਾ, ਉਹਦੀ ਇੱਕ ਸਾਇੰਟੀਫਿਕ ਗਾਈਡਲਾਈਨਸ ਕਿ ਉਹ ਆਇਆ ਮੁੜ ਕੇ ਹੋ ਸਕਦਾ, ਅਸੀਂ ਉਹਨੂੰ ਕਰ ਸਕਦੇ। ਸੋ ਦੇਖਿਆ ਵੀ ਕਿਸ ਤਰੀਕੇ ਨਾਲ ਡਾਕਟਰ ਪ੍ਰਿਤਪਾਲ ਸਿੰਘ ਦਾ ਕੀ ਕਹਿਣਾ ਸੀ, ਤੇ ਡਾਕਟਰ ਜਿਹੜੇ ਸਾਡੇ ਨਾਲ ਮਹਿਮਾਨ ਸੀਗੇ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਸਾਇੰਸ ਕਾਨਫਰੰਸ ਦੇ ਜਿਹੜੇ ਇੱਥੇ ਕਨਵੀਨਰ ਸੀ, ਉਹਨਾਂ ਦਾ ਕੀ ਕਹਿਣਾ ਸੀ। ਤੇ ਆਪਾਂ ਹੁਣ ਇੱਥੇ ਯੂਨੀਵਰਸਿਟੀ ਦੇ ਵਿੱਚ ਜਿੱਥੇ ਇਹ ਮੀਟ ਚੱਲ ਰਹੀ ਹੈ ਰਿਸਰਚ ਸਕਾਲਰ ਦੀ, ਉਹਦੇ ਵਿੱਚ ਆਏ ਹੋਏ ਖੋਜਾਰਥੀਆਂ ਦੇ ਵਿੱਚੋਂ ਇੱਕ ਖੋਜਾਰਥੀ ਮੇਰੇ ਦੇ ਨਾਲ ਨੇ, ਜਿਨ੍ਹਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹੋ ਜਿਹੀਆਂ ਜਿਹੜੇ ਸੰਮੇਲਨ ਹੁੰਦੇ ਨੇ, ਮੀਟ ਹੁੰਦੀ ਹੈ, ਉਹਨਾਂ ਦਾ ਕੁਝ ਬੈਨੀਫਿਟ ਵੀ ਹੁੰਦਾ ਜਾਂ ਫਿਰ ਇਹ ਸਿਰਫ ਇੱਕ ਕਾਗਜ਼ਾਂ ਤੱਕ ਜਾਂ ਇੱਕ ਖਾਨਾ ਪੂਰਤੀ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਡਾਕਟਰ ਦਮਨਪ੍ਰੀਤ ਸਿੰਘ। ਡਾਕਟਰ ਦਮਨਪ੍ਰੀਤ ਸਿੰਘ ਜੀ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਸਵਾਗਤ ਹੈ। ਥੈਂਕ ਯੂ, ਧੰਨਵਾਦ। ਡਾਕਟਰ ਸਾਹਿਬ, ਇੱਕ ਚੀਜ਼ ਦੱਸੋ ਕਿ ਤੁਸੀਂ ਇਸ ਮੀਟ ਦੇ ਵਿੱਚ ਹਿੱਸਾ ਲੈ ਰਹੇ ਹੋ, ਮੀਟ ਦੇ ਵਿੱਚ ਤੁਸੀਂ ਆਪਣਾ ਪਰਚਾ ਵੀ ਪੜ੍ਹਨਾ, ਪੜ੍ਹ ਦਿੱਤਾ ਜਾਂ ਪੜ੍ਹਨਾ, ਅਤੇ ਇਹਦੇ ਨਾਲ ਨਾਲ ਮੈਨੂੰ ਇਹ ਦੱਸੋ ਕਿ ਜਦੋਂ ਇਹ ਮੀਟ ਹੋਣ ਦੀ ਗੱਲ ਹੋ ਰਹੀ ਸੀ ਜਾਂ ਤੁਸੀਂ ਇਸ ਤਰ੍ਹਾਂ ਦੀ ਮੀਟ ਦੇ ਵਿੱਚ ਜੇ ਕਦੇ ਪਹਿਲਾਂ ਵੀ ਪਾਰਟੀਸਪੇਟ ਕੀਤਾ, ਕੀ ਤੁਹਾਨੂੰ ਲੱਗਦਾ ਕਿ ਇੱਦਾਂ ਦੀ ਮੀਟਸ ਦਾ ਕੋਈ ਬੈਨੀਫਿਟ ਹੁੰਦਾ? ਬਿਲਕੁਲ ਹੁੰਦਾ ਹੈ ਜੀ। ਅਤੇ ਸਭ ਤੋਂ ਪਹਿਲੇ ਤਾਂ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦਾ ਧੰਨਵਾਦ ਕਰਦਾ ਕਿ ਉਹ ਉਚੱਜੇ ਤੌਰ 'ਤੇ ਇਹ ਤੀਜੀ ਨੈਸ਼ਨਲ ਰਿਸਰਚ ਮੀਟ ਲੈ ਕੇ ਆਏ ਨੇ। ਮੈਂ ਪਿਛਲੀ ਵਾਰੀ ਵੀ ਜਦ ਦੂਸਰੀ ਹੋਈ ਸੀਗੀ ਮਾਰਚ 2021 ਵਿੱਚ, ਮੈਂ ਤਾਂ ਵੀ ਪਾਰਟੀਸਪੇਟ ਕੀਤਾ ਸੀਗਾ ਇਹਦੇ ਵਿੱਚ। ਅਤੇ ਇਹੋ ਜਿਹੀ ਜਿਹੜੀ ਮੀਟਸ ਹੈਗੀਆਂ, ਖਾਸ ਕਰਕੇ ਇਹ ਮਲਟੀ ਡਿਸਿਪਲਿਨਰੀ ਮੀਟਸ ਹੈਗੀਆਂ, ਅਤੇ ਜਿਸ ਕਰਕੇ ਕਈ ਸਪੈਸ਼ੈਲਿਟੀਜ਼ ਦੇ ਕੁਝ ਖੋਜਾਰਥੀ ਜਿਹੜੇ ਹੈਗੇ ਨੇ ਉਹ ਇਕੱਠੇ ਆ ਕੇ ਇੱਕ ਪਲੇਟਫਾਰਮ 'ਤੇ ਆਪਣੀ ਰਿਸਰਚ ਨੂੰ ਡਿਸਕਸ ਕਰਦੇ ਹੈਗੇ ਨੇ, ਪ੍ਰੈਜ਼ੈਂਟ ਕਰਦੇ ਨੇ। ਸੋ ਉਸ ਨਾਲ ਕੀ ਹੁੰਦਾ ਕਿ ਇੱਕ ਤਾਂ ਸਾਡੀ ਇੰਟਰਡਿਸਿਪਲਿਨਰੀ ਜਿਹੜੀ ਇੰਟਰੈਕਸ਼ਨ ਵੱਧਦੀ ਹੈਗੀ ਹੈ। ਫੋਰ ਐਗਜ਼ਾਮਪਲ, ਅਸੀਂ ਫਿਜ਼ੀਓਥੈਰੇਪੀ 'ਚੋਂ ਮੈਂ, ਅਤੇ ਕੋਈ ਹੋਰ ਇਲੈਕਟ੍ਰੋਨਿਕਸ ਡਿਪਾਰਟਮੈਂਟ ਤੋਂ ਕੁਝ ਕਰ ਰਹੇ ਹੈਗੇ ਨੇ, ਕੋਈ ਬਾਇਓਟੈਕਨੋਲੋਜੀ ਤੋਂ ਕਰ ਰਹੇ ਨੇ, ਅਤੇ ਮੈਂ ਕੋਈ ਫੋਰ ਐਗਜ਼ਾਮਪਲ ਕੋਈ ਮੈਂ ਕੱਲ੍ਹ ਨੂੰ ਮਸ਼ੀਨ ਹੀ ਇਜਾਦ ਕਰਨੀ ਹੈ ਫਿਜ਼ੀਓਥੈਰੇਪੀ ਰਿਲੇਟਿਡ, ਅਤੇ ਮੈਨੂੰ ਪਤਾ ਲੱਗਦਾ ਕਿ ਇਲੈਕਟ੍ਰੋਨਿਕਸ ਵਾਲਿਆਂ ਦੀ ਕੀ ਕਾਬਲੀਅਤ ਹੈਗੀ, ਅਤੇ ਅਸੀਂ ਮਿਲ ਕੇ ਸਾਨੂੰ ਇੱਕ ਕੰਮ ਕਰਨ ਦਾ ਵੀ ਇੱਕ ਪਲੈਟਫਾਰਮ ਜ਼ਰੀਆ ਮਿਲਦਾ ਹੈਗਾ। ਸੋ ਉਸ ਤੌਰ 'ਤੇ ਇਹੋ ਜਿਹੀਆਂ ਜਿਹੜੀਆਂ ਮੀਟਸ ਹੈਗੀਆਂ, ਕਿਉਂਕਿ ਇਹ ਖਾਲੀ PhD ਸਕਾਲਰਸ ਮੀਟ ਹੈਗੀ ਹੈ, ਸੋ ਸਾਰੇ ਰਿਸਰਚ ਦੇ ਨਾਲ ਬੜੇ ਗ੍ਰੋਸਲੀ ਬੜੇ ਗੂੜੀ ਤਰ੍ਹਾਂ ਜੁੜੇ ਹੋਏ ਨੇ, ਅਤੇ ਉਹ ਜਦ ਆ ਕੇ ਤੁਸੀਂ ਉਹਨਾਂ ਦੇ ਨਾਲ ਬੈਠਦੇ ਹੋ ਅਤੇ ਤੁਹਾਡੀ ਡੈਫੀਨੇਟਲੀ ਇੱਕ ਪਰਸਨਲ ਅਤੇ ਪ੍ਰੋਫੈਸ਼ਨਲ ਦੋਨੋਂ ਡਿਵੈਲਪਮੈਂਟ ਬੜੀ ਅੱਛੀ ਹੁੰਦੀ ਹੈਗੀ ਹੈ। ਨੰਬਰਸ ਐਕਸਚੇਂਜ ਹੁੰਦੇ ਨੇ? ਬਿਲਕੁਲ ਹੁੰਦੇ ਨੇ ਜੀ, ਬਿਲਕੁਲ ਹੁੰਦੇ ਨੇ, ਅਤੇ ਉਹ ਇੱਕ ਪਾਰਟ ਡੈਫੀਨੇਟਲੀ ਹੈਗਾ। ਅਤੇ ਖਾਸ ਇਸ ਮੀਟ ਦਾ ਇੱਕ ਇਹ ਵੀ ਫਾਇਦਾ ਹੈ ਇਸ ਵਾਰੀ ਕਿ ਇਹਨਾਂ ਨੇ ਔਨਲਾਈਨ ਜ਼ਰੀਏ ਤੋਂ ਵੀ ਸ਼ੁਰੂ ਕੀਤੀ ਹੋਈ ਹੈ ਅਤੇ ਆਫਲਾਈਨ ਵੀ ਚੱਲ ਰਹੀ ਹੈ। ਸੋ ਜਿਹੜੇ ਖੋਜਾਰਥੀ ਨਹੀਂ ਸ਼ਿਰਕਤ ਕਰ ਸਕਦੇ ਸੀ, ਦੂਰ ਦੇ ਰਹਿੰਦੇ ਹੈਗੇ ਨੇ, ਸੋ ਉਹ ਔਨਲਾਈਨ ਦੇ ਨਾਲ ਵੀ ਉਹਨਾਂ ਨੇ ਆਪਣੀ ਰਿਸਰਚ ਸ਼ੇਅਰ ਕੀਤੀ ਹੈਗੀ ਹੈ, ਅਤੇ ਸਾਨੂੰ ਲਾਰਜਰ ਆਸਪੈਕਟ 'ਤੇ ਉਹ ਸਾਰੀ ਰਿਸਰਚ ਦੀ ਐਕਸੈਸ ਮਿਲੀ ਹੈਗੀ ਇਹਦੇ ਵਿੱਚ ਪਾਰਟੀਸਪੇਟ ਕਰਕੇ। ਹੁਣ ਇਹ ਦੱਸੋ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਮੀਟਸ ਦੇ ਵਿੱਚ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਦੇਖਦੇ ਹੋ ਕਿ ਉਹ ਫਲਾਣੇ ਖੋਜਾਰਥੀ ਨੇ ਆਹ ਖੋਜ ਕੀਤੀ, ਤੁਹਾਡੇ ਹੀ ਫੀਲਡ ਦੇ ਖੋਜਾਰਥੀ ਨੇ ਆਹ ਖੋਜ ਕੀਤੀ ਹੈ ਅਤੇ ਮੈਂ ਵੀ ਉਹ ਖੋਜ ਕਰ ਰਿਹਾ, ਜਾਂ ਮੈਨੂੰ ਉਹਦੇ ਨਾਲ ਮਿਲਦੀ ਜੁਲਦੀ ਖੋਜ ਜਿਹੜੀ ਹੈ ਮੇਰੀ ਵੀ ਹੈਗੀ ਹੈ। ਤਾਂ ਜਦੋਂ ਇਹ ਖੋਜ ਹੁੰਦੀ ਹੈ ਤਾਂ ਤੁਹਾਨੂੰ ਇਹ ਦੇਖਣ ਦਾ ਮੌਕਾ ਮਿਲਦਾ ਵੀ ਉਹਨਾਂ ਨੇ ਇਹ ਖੋਜ ਕਿਸ ਤਰੀਕੇ ਨਾਲ ਕੀਤੀ ਹੈ, ਮੈਂ ਕਿਸ ਤਰ੍ਹਾਂ ਕਰ ਰਿਹਾ, ਮੈਂ ਕੀ ਆਪਣੀ ਸਹੀ ਲੀਹ 'ਤੇ ਚੱਲ ਰਿਹਾ, ਜਾਂ ਉਹ ਮੇਰੇ ਤੋਂ ਅੱਗੇ ਨੇ ਜਾਂ ਮੇਰੇ ਤੋਂ ਪਿੱਛੇ ਨੇ, ਜਾਂ ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ, ਕਿਉਂਕਿ ਇੱਦਾਂ ਦਾ ਕੋਈ ਵਿਚਾਰ ਆਇਆ ਹੋਵੇ ਜਾਂ ਫਿਰ ਕਿਤੇ ਮਿਲ ਕੇ ਕੰਮ ਕਰਨ ਦਾ ਕੁਝ ਦਿਮਾਗ 'ਚ ਆਇਆ ਹੋਵੇ। ਰਿਸਰਚ ਵਿੱਚ ਕਦੀ ਵੀ ਕੋਈ ਅੱਗੇ ਜਾਂ ਪਿੱਛੇ ਨਹੀਂ ਹੁੰਦਾ, ਕਿਉਂਕਿ ਰਿਸਰਚ ਨੂੰ ਤੁਸੀਂ ਆਪਣੇ ਹਿਸਾਬ ਨਾਲ ਸਪੀਡ ਨਹੀਂ ਦੇ ਪਾਉਂਦੇ। ਰਿਸਰਚ ਦੇ ਹਿਸਾਬ ਨਾਲ ਤੁਹਾਡੀ ਸਪੀਡ ਬਣਦੀ ਹੈਗੀ ਹੈ, ਤੁਹਾਡੇ ਟੌਪਿਕ 'ਤੇ ਡਿਪੈਂਡ ਕਰਦਾ ਹੈਗਾ। ਬਟ ਡੈਫੀਨੇਟਲੀ ਜੋ ਤੁਸੀਂ ਕਿਹਾ ਹੈਗਾ, ਜਦ ਹੋਰ ਲੋਕ ਵੀ ਕਰਦੇ ਨੇ, ਕਈ ਕਾਮਨ ਫੋਰ ਐਗਜ਼ਾਮਪਲ ਮੈਂ ਅੱਜ ਰਿਸਰਚ ਪ੍ਰੈਜ਼ੈਂਟ ਕੀਤੀ ਆਪਣੀ ਇੱਕ, ਅਤੇ ਉਸੀ ਤਾਂ ਮਿਲਦੀ ਜੁਲਦੀ ਇੱਕ ਹੋਰ ਰਿਸਰਚ ਵੀ ਹੋਈ ਹੈ, ਬਟ ਉਹਦਾ ਕੋਈ ਜਿਹੜਾ ਏਮਸ ਆਬਜੈਕਟਿਵ ਸੀਗੇ ਡਿਫਰੈਂਟ ਸੀਗੇ। ਮੇ ਬੀ ਸਾਡਾ ਕੌਜ਼ੇਟਿਵ ਜਾਂ ਡਿਜ਼ੀਜ਼ ਭਾਵੇਂ ਇੱਕ ਸੀਗੀ, ਬਟ ਉਹ ਇੱਕ ਡਿਫਰੈਂਟ ਆਸਪੈਕਟ 'ਤੇ ਕਰ ਰਹੇ ਸੀ, ਮੈਂ ਇੱਕ ਡਿਫਰੈਂਟ ਆਸਪੈਕਟ 'ਤੇ। ਸੋ ਡੈਫੀਨੇਟਲੀ ਉਹ ਇੱਕ ਦੂਜੇ ਤੋਂ ਸਾਨੂੰ ਉਹ ਤਾਂ ਮਿਲਦਾ ਹੀ ਹੈਗਾ ਕਿ ਗਿਆਨ ਤਾਂ ਵੱਧਦਾ ਹੀ ਵੱਧਦਾ ਹੈਗਾ ਕਿ ਇਹ ਆਸਪੈਕਟ ਵੀ ਹੈਗੀ, ਕਿਉਂਕਿ ਜਿਹੜਾ ਪ੍ਰੈਜੈਂਟੇਸ਼ਨ ਤੋਂ ਬਾਅਦ ਇੱਕ ਸਵਾਲ ਜਵਾਬ ਹੁੰਦੇ ਨੇ,
ਉਹਦੇ ਵਿੱਚ ਇੱਕ ਪੈਨਲ ਹੁੰਦਾ, ਐਕਸਕਲੂਸਿਵ ਪੈਨਲ ਹੁੰਦਾ ਜੱਜਸ ਦਾ, ਅਤੇ ਉਹ ਬੜੇ ਹੀ ਤਜਰਬੇਕਾਰ ਹੁੰਦੇ ਹੈਗੇ ਨੇ। ਉਹਨਾਂ ਨਾਲ ਉਹਨਾਂ ਦੇ ਸਵਾਲ ਜਵਾਬ ਨੂੰ ਕਰਕੇ ਸਾਨੂੰ ਇੱਕ ਖੁਦ ਨੂੰ ਇੱਕ ਨਵੀਂ ਡਾਇਰੈਕਸ਼ਨ ਵੀ ਮਿਲਦੀ ਹੈਗੀ ਹੈ ਕਿ ਇਹ ਚੀਜ਼ ਇਸ ਤਰ੍ਹਾਂ ਨਹੀਂ, ਜੇ ਅਸੀਂ ਕਿਤੇ ਰੁਕੇ ਹੋਏ ਹਾਂ, ਸਾਡੀ ਰਿਸਰਚ ਕਿੰਨੀ ਕਾਰਨਾਂ ਕਰਕੇ ਰੁਕ ਰਹੀ ਹੈ ਅਤੇ ਕੋਈ ਅੱਗੇ ਤੁਹਾਨੂੰ ਨਹੀਂ ਮਿਲ ਰਿਹਾ, ਅਤੇ ਇਹੋ ਜਿਹੀ ਪਲੇਟਫਾਰਮ ਸਾਨੂੰ ਬੜੀ ਜਲਦੀ ਉਹ ਸੋਲਿਊਸ਼ਨ ਮਿਲਦਾ ਹੈ ਅਤੇ ਅਸੀਂ ਅੱਗੇ ਵੱਧ ਪਾਉਂਦੇ ਹੈਗੇ ਹਾਂ। ਹੁਣ ਇੱਕ ਚੀਜ਼ ਦੱਸੋ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਮੀਟਸ ਦੇ ਵਿੱਚ ਹਿੱਸਾ ਲੈਂਦੇ ਹੋ ਤੇ ਉਦੋਂ ਫਿਰ ਮਨ ਦੇ ਵਿੱਚ ਵੀ ਕੁਝ ਹੁੰਦਾ ਹੈ ਯਾਰ ਵੀ ਅਸੀਂ ਹਿੱਸਾ ਲੈ ਰਹੇ ਹਾਂ ਜਾਂ ਕੁਝ ਸਾਨੂੰ ਖੋਜਾਰਥੀ ਮਿਲ ਰਹੇ ਨੇ, ਸਾਡੀ ਮੀਟ ਦੇ ਵਿੱਚ ਆਹ ਚੀਜ਼ਾਂ ਨਿਕਲ ਕੇ ਕੁਝ ਹੁੰਦਾ ਵੀ ਸਾਡੇ ਲਈ ਜੇ ਆਹ ਚੀਜ਼ਾਂ ਵੀ ਹੋ ਜਾਣ ਤਾਂ ਅਸੀਂ ਵੀ ਜਿਹੜਾ ਬੜਾ ਕੁਝ ਕਰ ਸਕਦੇ ਹਾਂ, ਸਾਡੇ ਕੁਝ ਹੁੰਦਾ ਮਨ ਦੇ ਵਿੱਚ ਕਿਤੇ ਕੋਈ ਤਮੰਨਾ ਹੋਵੇ ਜਿਹੜੀ ਕਿ ਤੁਹਾਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਕਿਤੋਂ ਕੁਝ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਤੇ ਉਹ ਨਹੀਂ ਹੋ ਪਾ ਰਹੀ ਹੋਵੇ? ਨਹੀਂ, ਮਨ ਵਿੱਚ ਜਿਹੜੇ ਹੈ ਬੁਲਬੁਲੇ ਜੇ ਉੱਠਦੇ ਨੇ, ਉਸੇ ਕਰਕੇ ਬੰਦਾ ਖੋਜਾਰਥੀ ਬੰਦਾ ਹੈਗਾ, ਉਹ PhD ਵਿੱਚ ਐਡਮਿਸ਼ਨ ਲੈਂਦਾ ਹੈਗਾ। ਅਤੇ ਡੈਫੀਨੇਟਲੀ ਮੈਨੂੰ ਮੇਰੇ ਗਾਈਡ ਜਿਹੜੇ ਹੈਗੇ ਨੇ ਡਾਕਟਰ ਪੰਕਜਪ੍ਰੀਤ, ਜਿਨ੍ਹਾਂ ਦੇ ਅਧੀਨ ਮੈਂ ਡਿਪਾਰਟਮੈਂਟ ਆਫ ਫਿਜ਼ੀਓਥੈਰੇਪੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਮੈਂ ਕਰ ਰਿਹਾ ਹੈਗਾ, ਉਹਨਾਂ ਵੱਲੋਂ ਮੈਨੂੰ ਪੂਰੀ ਸਪੋਰਟ ਹੈਗੀ ਹੈ ਅਤੇ ਐਡਮਿਨਿਸਟ੍ਰੇਸ਼ਨ ਵੱਲੋਂ ਵੀ। ਅਤੇ ਜੋ ਕੁਝ ਅਸੀਂ ਕਰਨਾ ਚਾਹੁੰਦੇ ਹਾਂ ਅਤੇ ਜਿਹੜੇ ਇੰਸਟੀਚਿਊਟਸ ਵਿੱਚ PhD ਹੈਗੀ ਹੈ ਅਤੇ ਉਹ ਡੈਫੀਨੇਟਲੀ ਇਹ ਇੰਸਟੀਚਿਊਟ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸਾਨੂੰ ਉਹ ਸਾਰੀ ਸਪੋਰਟ ਦੇਣ, ਅਤੇ ਤਾਂ ਕਿ ਸਾਡੀ ਰਿਸਰਚ ਜਿਹੜੀ ਹੈ ਉਹ ਅੱਛੇ ਲੈਵਲ 'ਤੇ ਅੱਛੇ ਪੱਧਰ 'ਤੇ ਅੱਗੇ ਵੱਧ ਪਾਏ। ਸੋ ਡੈਫੀਨੇਟਲੀ ਇਹ ਤਾਂ ਸਾਨੂੰ ਐਕਸਪੈਕਟਡ ਹੈ, ਅਤੇ ਗੌਰਮੈਂਟ ਨੇ ਵੀ ਕਈ ਤਰ੍ਹਾਂ ਦੀ ਗ੍ਰਾਂਟਸ ਇਸ ਕਰਕੇ ਲੈ ਕੇ ਆਏ ਹੋਏ ਨੇ ਰਿਸਰਚ ਸਕਾਲਰਸ ਵਾਸਤੇ, DST ਦੇ ਅੰਡਰ, ਅਤੇ ਹੋਰ ਕਈ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਗਰੁੱਪਸ, ਅਤੇ ਉਹ ਸਾਨੂੰ ਮਿਲਦੀਆਂ ਰਹਿੰਦੀਆਂ ਹੈਗੀਆਂ। ਅਤੇ ਜੇ ਕੋਈ ਉਹਨੂੰ ਅਵੇਲ ਕਰਨਾ ਚਾਹੇ ਅਤੇ ਗੌਰਮੈਂਟ ਵੱਲੋਂ ਹਮੇਸ਼ਾ ਉਹ ਪ੍ਰੋਵੀਜ਼ਨਸ ਵੀ ਹੈਗੀਆਂ। ਸੰਤੁਸ਼ਟ ਹੋ? ਹਾਂਜੀ, ਇਹ ਆਪਣੇ ਲੈਵਲ 'ਤੇ ਰਿਸਰਚ ਟੂ ਰਿਸਰਚ ਵੇਰੀ ਕਰਦਾ ਹੈਗਾ, ਕਿੰਨੀ ਇਨਪੁਟ ਅਸੀਂ ਆਪਣੇ ਵੱਲੋਂ ਦੇਣੀ ਹੈ, ਕਿੰਨੀ ਸਾਨੂੰ ਮਿਲ ਰਹੀ ਹੈ ਸਪੋਰਟ। ਸੋ ਇਹ ਟੌਪਿਕ ਟੂ ਟੌਪਿਕ ਡਿਪੈਂਡ ਕਰਦੀ ਹੈਗੀ ਹੈ, ਅਤੇ ਉਸ ਹਿਸਾਬ ਨਾਲ ਮੈਰਿਟ 'ਤੇ ਉਹ ਮਿਲਦੀ ਹੈ। ਅਤੇ ਯੈਸ, ਇਹ ਜ਼ਰੂਰ ਕਹਾਂਗੇ ਕਿ ਐਜੂਕੇਸ਼ਨ ਅਤੇ ਰਿਸਰਚ ਵਿੱਚ ਜਿੰਨਾ ਜ਼ਿਆਦਾ ਗੌਰਮੈਂਟ ਵੱਲੋਂ ਵੀ ਸਪੋਰਟ ਆਏਗੀ, ਉਨਾ ਸਾਨੂੰ ਅੱਗੇ ਵਧਣ ਵਾਸਤੇ ਈਜ਼ੀ ਰਹੇਗਾ, ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਕੋਸਟ ਆਫ ਲਿਵਿੰਗ ਅਤੇ ਇਨਫਲੇਸ਼ਨ ਇੰਨੀ ਵੱਧਦੀ ਹੋਈ ਹੈ, ਅਤੇ ਕਈ ਵਾਰੀ ਇਹੋ ਜਿਹੀ ਜਿਹੜੀ ਮਟੀਰੀਅਲ ਬੇਸਡ ਸਾਡੀਆਂ ਰਿਸਰਚਸ ਹੁੰਦੀਆਂ ਹੈਗੀਆਂ, ਉਹਨਾਂ ਨੂੰ ਕਈ ਵਾਰੀ ਐਗਜ਼ੀਕਿਊਟ ਕਰਨਾ ਥੋੜ੍ਹਾ ਔਖਾ ਹੋ ਜਾਂਦਾ ਹੈ। ਅਤੇ ਡੈਫੀਨੇਟਲੀ ਉਸ ਵੱਲ ਜੇ ਸਪੋਰਟ ਆਏਗੀ ਤਾਂ ਅਸੀਂ ਜ਼ਰੂਰ ਖੁਸ਼ ਹੋਵਾਂਗੇ। ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਮੀਟ ਚੱਲ ਰਹੀ ਆ, ਦੂਜਾ ਦਿਨ ਅੱਜ, ਅਤੇ ਇਹਦੇ ਵਿੱਚ ਖੋਜਾਰਥੀ ਆ ਕੇ ਆਪੋ ਆਪਣੇ ਤਜਰਬੇ ਸਾਂਝੇ ਕਰ ਰਹੇ ਨੇ, ਆਪੋ ਆਪਣੀਆਂ ਖੋਜਾਂ ਪਬਲਿਕ ਦੇ ਵਿੱਚ ਰੱਖ ਰਹੇ ਨੇ, ਅਤੇ ਬੜੇ ਮਾਣ ਦੇ ਨਾਲ ਕਹਿੰਦੇ ਨੇ ਵੀ ਅਸੀਂ ਆਹ ਕੰਮ ਕੀਤਾ ਹੈਗਾ, ਮਾਨਵਤਾ ਦੇ ਭਲੇ ਦੇ ਵਿੱਚ ਇਹ ਕੰਮ ਕੀਤਾ ਹੋਇਆ ਸਾਡਾ ਸਦੀਆਂ ਤੱਕ ਯਾਦ ਰੱਖਿਆ ਜਾਏਗਾ। ਅਤੇ ਉਹਦੇ ਵਿੱਚ ਖੋਜਾਰਥੀਆਂ ਦੇ ਕੁਝ ਤਮੰਨਾਵਾਂ ਹੁੰਦੀਆਂ ਨੇ ਅਤੇ ਕੁਝ ਜਿਹੜੇ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਹੁੰਦੀ ਆ ਉਹਨਾਂ ਦੇ ਕੁਝ ਫਰਜ਼ ਹੁੰਦੇ ਨੇ। ਤਮੰਨਾ ਵੀ ਪੂਰੀਆਂ ਹੋ ਰਹੀਆਂ ਨੇ, ਅਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਵੱਲੋਂ ਫਰਜ਼ ਵੀ ਬਾਖੂਬੀ ਨਿਭਾਏ ਜਾ ਰਹੇ ਨੇ। ਇਹ ਕਹਿਣਾ ਹੈਗਾ ਸਾਡੇ ਨਾਲ ਦੇ ਮਹਿਮਾਨ ਦਾ, ਖੋਜਾਰਥੀ ਦਾ। ਅਤੇ ਜਿਹੜਾ ਇਹ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਖੋਜ ਜਿਹੜੀ ਆ ਨਿਕਲ ਕੇ ਵੱਡੇ ਲੈਵਲ ਦੇ ਉੱਤੇ ਸਾਹਮਣੇ ਆਉਂਦੀ ਹੈ, ਅਤੇ ਉਹ ਫਿਰ ਮਾਨਵਤਾ ਦੇ ਭਲੇ ਦੇ ਵਿੱਚ ਸਦੀਆਂ ਤੱਕ ਜਿਹੜੀ ਆ ਉਹ ਉਸ ਭਲੇ ਦੇ ਵਿੱਚ ਲੱਗੀ ਰਹਿੰਦੀ ਹੈ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਸ਼ੇਅਰ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਇੱਦਾਂ ਦੀਆਂ ਵੀਡੀਓਜ਼ ਦੇ ਨਾਲ ਹੋਰ ਖੋਜਾਰਥੀਆਂ ਨੂੰ ਹੌਸਲਾ ਮਿਲੇ ਅਤੇ ਉਹ ਵੀ ਵੱਧ ਤੋਂ ਵੱਧ ਜਿਹੜਾ ਅੱਗੇ ਆਪਣੀ ਖੋਜ ਨੂੰ ਅੱਗੇ ਵਧਾਉਣ। ਅਤੇ ਜਿਹੜੀ ਐਡਮਿਨਿਸਟ੍ਰੇਸ਼ਨ ਇਸ ਆਪਣੇ ਖੋਜਾਰਥੀਆਂ ਨੂੰ ਜਾਂ ਆਪਣੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ, ਉਹਨਾਂ ਨੂੰ ਵੀ ਲੱਗੇ ਵੀ ਉਹਨਾਂ ਦੇ ਕੰਮ ਦੀ ਤਾਰੀਫ ਕੀਤੀ ਗਈ ਹੈ ਅਤੇ ਉਹਨਾਂ ਨੂੰ ਵੀ ਅੱਗੇ ਵਾਸਤੇ ਵਧੀਆ ਕੰਮ ਕਰਨ ਦੇ ਹੌਸਲੇ ਮਿਲਣ। ਜਿੱਦਾਂ ਕਿ ਆਪਾਂ ਨੇ 2-3 ਜਿਹੜੇ ਐਸੇ ਮਹਿਮਾਨ ਨਾਲ ਗੱਲ ਕੀਤੀ ਹੈ ਜਿਹੜੇ ਕਿ ਜਿਨ੍ਹਾਂ ਨੇ ਸਾਨੂੰ ਇਸ ਜਿਹੜੀ ਮੀਟ ਹੋ ਰਹੀ ਹੈ, ਸਕਾਲਰਸ ਦੀ ਮੀਟ ਹੋ ਰਹੀ ਹੈ, ਇੰਡੀਆ ਲੈਵਲ ਦੇ ਸਕਾਲਰਸ ਦੀ ਮੀਟ ਹੋ ਰਹੀ ਹੈ, PhD ਕਰ ਰਹੇ ਸਟੂਡੈਂਟਸ ਦੀ ਮੀਟ ਹੋ ਰਹੀ ਹੈ, ਖੋਜਾਰਥੀਆਂ ਦੀ ਜਿਹੜਾ ਸੰਮੇਲਨ ਹੋ ਰਿਹਾ, ਉਹਦੇ ਵਿੱਚ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ। ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਵਾਈਸ ਚਾਂਸਲਰ ਨੇ, ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਸਾਇੰਸ ਕਾਂਗਰਸ ਦੇ ਜਿਹੜੇ ਪਟਿਆਲਾ ਚੈਪਟਰ ਦੇ ਕਨਵੀਨਰ ਹੈਗੇ ਨੇ, ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ, ਅਤੇ ਇੱਕ ਰਿਸਰਚ ਸਕਾਲਰ ਨਾਲ ਵੀ ਆਪਾਂ ਗੱਲ ਕੀਤੀ ਹੈ। ਤਿੰਨਾਂ ਦੀ ਗੱਲਬਾਤ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਿਹਾ ਕਿ ਮਕਸਦ ਜਿਹੜਾ ਹੈ ਉਹ ਇਹ ਹੈ ਕਿ ਸਾਰੇ ਰਿਸਰਚ ਸਕਾਲਰਸ ਨੂੰ ਉਹਨਾਂ ਦੇ ਆਪਸੀ
ਤਾਲਮੇਲ 'ਚ ਲਿਆਉਣਾ ਤੇ ਉਹਨਾਂ ਨੂੰ ਨੇੜੇ ਲਿਆਉਣਾ ਤੇ ਸਮਾਜ ਦੇ ਸਾਹਮਣੇ ਦਰਪੇਸ਼ ਮੁਸ਼ਕਲਾਂ ਨੂੰ ਉਹਦਾ ਹੱਲ ਜਿਹੜਾ ਇਹਨਾਂ ਰਿਸਰਚ ਇਹਨਾਂ ਬੁੱਧੀਜੀਵੀਆਂ ਰਾਹੀਂ ਜਿਹੜਾ ਉਹ ਕਰਕੇ ਜਿਹੜਾ ਸਾਹਮਣੇ ਰੱਖਣਾ। ਪਰ ਨਾਲ ਹਰ ਵਾਰੀ ਸਵਾਲ ਇਹ ਪੈਦਾ ਹੁੰਦਾ ਰਿਹਾ ਕਿ ਜਿਹੜੇ ਪਿਛਲੇ ਕਰਵਾਏ ਗਏ ਸੀ ਈਵੈਂਟਸ ਕਰਵਾਏ ਗਏ ਸੀ ਉਹਨਾਂ ਦੇ ਵਿੱਚੋਂ ਕੀ ਹਾਸਲ ਹੋਇਆ ਤੇ ਹੁਣ ਆਪਾਂ ਜਿਹੜਾ ਈਵੈਂਟ ਇਹ ਕਰਵਾ ਕੇ ਨਿਕਲੇ ਹਾਂ ਇਹਦੇ ਵਿੱਚੋਂ ਸਾਨੂੰ ਕੀ ਹਾਸਲ ਹੋ ਰਿਹਾ, ਕੀ ਸਟੂਡੈਂਟ ਨੂੰ ਇਹਦਾ ਕੋਈ ਫਾਇਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ। ਆਪਾਂ ਸਾਡੇ ਨਾਲ ਦੇ ਮਹਿਮਾਨ ਤੋਂ ਜਾਣਿਆ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ ਸਰ? ਮੇਰਾ ਨਾਮ ਪ੍ਰੋਫੈਸਰ ਸੁਖਵਿੰਦਰ ਸਿੰਘ ਬਲਿੰਗ ਜੀ, ਮੈਂ ਡੀਨ ਅਕੈਡਮਿਕ ਅਫੇਅਰ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਹਾਂ ਜੀ। ਤੁਸੀਂ ਇਸ ਈਵੈਂਟ ਦੇ ਕਨਵੀਨਰ ਵੀ ਹੋ ਜੀ? ਹਾਂਜੀ ਬਿਲਕੁਲ, ਜੋ ਅੱਜ ਅਸੀਂ 3rd ਨੈਸ਼ਨਲ ਰਿਸਰਚ ਮੀਟ ਕਰਵਾਈ ਹੈ, ਆਈ ਐਮ ਕਨਵੀਨਿੰਗ ਦਿਸ ਇਵੈਂਟ, ਮੈਂ ਇਹਦਾ ਕਨਵੀਨਰ। ਅੱਛਾ ਪ੍ਰੋਫੈਸਰ ਬਲਿੰਗ, ਸਵਾਲ ਇੱਥੇ ਪੈਦਾ ਹੁੰਦਾ ਕਿ ਆਪਾਂ ਨੂੰ ਇਹੋ ਜਿਹੇ ਈਵੈਂਟ ਕਰਵਾਉਣ ਦੀ ਲੋੜ ਤਾਂ ਪੈਂਦੀ ਹੈ ਕਿ ਆਪਾਂ ਜਿਹੜੀਆਂ ਰਿਸਰਚਿਸ ਜਿਹੜੀਆਂ ਖੋਜਾਂ ਆਪਾਂ ਕਰਦੇ ਹੈਗੇ ਆ ਉਹਨਾਂ ਖੋਜਾਂ ਦੇ ਇੱਕ ਤਾਂ ਜਿਹੜਾ ਵਿਦਿਆਰਥੀ ਖੋਜਾਰਥੀ ਜਿਹੜਾ ਉਹ ਇਸ ਦੀ ਖੋਜ ਕਰ ਰਿਹਾ ਉਸ ਨੂੰ ਪਬਲਿਕ ਦੇ ਸਾਹਮਣੇ ਰੱਖੇ, ਆਪਣੀ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਰੱਖੇ, ਆਪਣੇ ਹੋਰ ਖੋਜਾਰਥੀਆਂ ਦੇ ਸਾਹਮਣੇ ਰੱਖੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਉਹ ਕੀ ਕੰਮ ਕਰ ਰਿਹਾ। ਨੰਬਰ 2 ਦੇ ਉੱਤੇ ਇਹਦਾ ਮਤਲਬ ਇਹਦੇ ਪਿੱਛੇ ਸੋਚ ਇਹ ਵੀ ਰਹਿੰਦੀ ਹੈ ਕਿਤੇ ਨਾ ਕਿਤੇ ਕਿ ਜਿਹੜੇ ਦੂਜੇ ਖੋਜਾਰਥੀ ਇਸ ਵਿਸ਼ਿਆਂ ਦੇ ਉੱਤੇ ਇਹਨੇ ਅਜਿਹੇ ਵਿਸ਼ਿਆਂ ਦੇ ਉੱਤੇ ਜਾਂ ਮਿਲਦੇ ਜੁਲਦੇ ਵਿਸ਼ਿਆਂ ਦੇ ਉੱਤੇ ਕੰਮ ਕਰ ਰਹੇ ਨੇ ਉਹ ਕਿਸ ਲੀਹ 'ਤੇ ਤੁਰ ਰਹੇ ਨੇ ਤੇ ਆਪਾਂ ਕਿਸ ਲੀਹ ਦੇ ਉੱਤੇ ਤੁਰ ਰਹੇ ਹਾਂ ਤੇ ਜੇ ਕਿਤੇ ਕਮੀ ਪੇਸ਼ੀ ਹੈ ਤਾਂ ਤਾਲਮੇਲ ਬਣਾ ਕੇ ਉਹ ਆਪਣਾ ਇੱਕ ਦੂਜੇ ਤੋਂ ਉਹ ਉਸ ਲੀਹ ਨੂੰ ਠੀਕ ਕਰ ਸਕਦੇ ਨੇ ਜਾਂ ਫਿਰ ਦੋਨੇ ਇੱਕ ਦੂਜੇ ਦੇ ਤਾਲਮੇਲ 'ਚ ਆ ਸਕਦੇ ਨੇ। ਕੀ ਮੈਂ ਠੀਕ ਕਰ ਰਿਹਾ? ਬਿਲਕੁਲ ਜੀ, ਦੇਖੋ ਪਿਛਲੇ ਕਈ ਦਹਾਕਿਆਂ ਤੋਂ ਜਿਹੜੀ ਰਿਸਰਚ ਸੀ ਉਹ ਇੰਟਰਡਿਸਪਲਿਨਰੀ ਰਿਸਰਚ ਦੇ ਤੌਰ 'ਤੇ ਜਿਹੜੀ ਹੈਗੀ ਉੱਭਰ ਕੇ ਸਾਹਮਣੇ ਆਇਆ, ਕਿਉਂਕਿ ਸਮਾਜ ਦੇ ਵਿੱਚ ਬੜੇ ਵਰਲਡ ਵਾਈਡ ਕੁਛ ਐਸੇ ਜਿਹੜੇ ਇਸ਼ੂਜ਼ ਨੇ ਜਾਂ ਵਰਲਡ ਦੇ ਵਿੱਚ ਸਾਡੇ ਕ੍ਰਾਈਸਿਸ ਨੇ, ਜਿਵੇਂ ਫੂਡ ਕ੍ਰਾਈਸਿਸ ਲੈ ਲਈਏ, ਏਅਰ ਕ੍ਰਾਈਸਿਸ ਲੈ ਲਈਏ, ਪੋਲੂਸ਼ਨ ਦਾ ਹੈ, এনवायरमेंट ਕ੍ਰਾਈਸਿਸ ਹੋ ਰਿਹਾ ਹੈ, ਪੰਜਾਬ ਦੇ ਵਿੱਚ ਪਾਣੀ ਦੀ ਗੱਲ ਕਰਦੇ ਹਾਂ ਅਸੀਂ, ਜਾਂ ਪੰਜਾਬ ਦੀ ਜਿਹੜੀ ਧਰਤੀ ਹੈ ਉਹਦੇ ਪੋਲੂਸ਼ਨ ਦੀ ਗੱਲ ਕਰਦੇ ਹਾਂ, ਜਾਂ ਪਿੱਛੇ ਅਸੀਂ 2 ਸਾਲ ਤੋਂ ਬੜੀ ਪੈਂਡੈਮਿਕ ਡਿਜ਼ੀਜ਼ਸ ਦੇ ਨਾਲ ਜੂਝ ਰਹੇ ਹਾਂ, ਜਿਵੇਂ ਕਰੋਨਾ ਆਇਆ ਪਿੱਛੇ, ਇਸ ਤਰ੍ਹਾਂ ਫਿਊਚਰ 'ਚ ਕੁਝ ਹੋਰ ਵੀ ਆ ਸਕਦਾ। ਸੋ ਇਹ ਜਿਹੜੀਆਂ ਸਾਰੀਆਂ ਇਸ਼ੂਜ਼ ਨੇ ਤੇ ਇਹ ਸਮਝ ਆ ਗਈ ਪਿਛਲੇ ਕਈ ਦਹਾਕਿਆਂ ਤੋਂ, 3-4 ਦਹਾਕਿਆਂ ਤੋਂ, ਕਿ ਇਹਨਾਂ ਦਾ ਜਿਹੜਾ ਸੋਲੂਸ਼ਨ ਹੈ ਉਹ ਕਿਸੇ ਇੱਕ ਐਕਸਪਰਟਾਈਜ਼ ਦੇ ਨਾਲ ਹੋਣਾ ਕਾਫੀ ਮੁਸ਼ਕਿਲ ਹੈ। ਇਸ ਲਈ ਪਿਛਲੇ ਸਾਲਾਂ ਤੋਂ ਇਸ ਇੰਟਰਡਿਸਪਲਿਨਰੀ ਜਿਹੜੀ ਰਿਸਰਚ ਹੈ ਉਹਨੂੰ ਬੜਾਵਾ ਮਿਲ ਰਿਹਾ ਹੈ ਵੀ ਵੱਖਰੇ ਵੱਖਰੇ ਜਿਹੜੇ ਐਕਸਪਰਟਾਈਜ਼ ਮਾਈਂਡ ਨੇ ਉਹ ਜੁੜ ਕੇ ਇਕੱਠੇ ਬਹਿੰਦੇ ਨੇ ਤਾਂ ਜੋ ਇਹੋ ਜਿਹੇ ਜਿਹੜੇ ਕ੍ਰਾਈਸਿਸ ਨੇ ਸਾਡੇ ਸੁਸਾਇਟੀ ਦੇ ਵਿੱਚ ਇਹਨਾਂ ਦਾ ਕੋਈ ਵਿਧੀ ਵਿਧਾਨ ਢੰਗ ਨਾਲ ਹੱਲ ਵੱਲ ਕਿਤੋਂ ਮੋੜਾ ਪੈ ਸਕੇ, ਇਹਨਾਂ ਨੂੰ ਕੁਝ ਇਹਨਾਂ ਦੇ ਹੱਲ ਵੱਲ ਤੁਰਿਆ ਜਾ ਸਕੇ। ਤਾਂ ਮੈਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਇਵੈਂਟਸ ਨੇ ਇਹਨਾਂ ਨੂੰ ਆਰਗੇਨਾਈਜ਼ ਕਰਨਾ ਸਮਾਜ ਦੇ ਲਈ ਕਾਫੀ ਸਾਰਥਕ ਹੋ ਸਕਦਾ। ਦੇਖੋ ਇੰਡੀਵਿਜੂਅਲ ਲਈ ਤਾਂ ਜਿਹੜੀ ਪ੍ਰਾਪਤੀ ਆ ਉਹ ਤਾਂ ਉਹਦੀ ਪ੍ਰਾਪਤੀ ਰਹਿੰਦੀ ਹੈ, ਜਦੋਂ ਕਿਸੇ ਦੀ ਇੰਡੀਵਿਜੂਅਲ ਪ੍ਰਾਪਤੀ ਸਮਾਜ ਦੇ ਲਈ ਬੈਨੀਫਿਟ ਦਿੰਦੀ ਹੈ ਉਹ ਮੇਰਾ ਖਿਆਲ ਕਾਫੀ ਮਹੱਤਵਪੂਰਨ ਗੱਲ ਹੁੰਦੀ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਸਮਾਜ ਦੇ ਸਾਂਝੇ ਕ੍ਰਾਈਸਿਸ ਨੇ ਉਹਨਾਂ ਨੂੰ ਮੋੜਾ ਪਾਉਣ ਲਈ ਜਾਂ ਉਹਨਾਂ ਦੇ ਕਿਸੇ ਸੋਲੂਸ਼ਨ ਵੱਲ ਤਾਂ ਇਸ ਤਰ੍ਹਾਂ ਦੇ ਜਿਹੜੇ ਇਵੈਂਟ ਨੇ ਇਹਨਾਂ ਨੂੰ ਆਰਗੇਨਾਈਜ਼ ਕਰਨਾ ਕਾਫੀ ਸਾਰਥਕ ਜਿਹੜਾ ਉਹ ਹੋ ਸਕਦਾ। ਤਾਂ ਤੁਸੀਂ ਹੁਣ ਇਹ ਈਵੈਂਟ ਨੂੰ ਜਿਹੜਾ ਉਹ ਖਤਮ ਕਰਕੇ ਆ ਰਹੇ ਹੋ ਤਾਂ ਮੈਂ ਤੁਹਾਡੇ ਪੂਰੇ ਜਿਹੜਾ ਤੁਸੀਂ ਉੱਥੇ ਸਪੀਚ ਦਿੱਤੀ ਹੈ ਮੈਂ ਉਸ ਨੂੰ ਵੀ ਸੁਣੀ ਸੀ ਤੇ ਉੱਥੇ ਜਿਹੜੇ ਰਿਸਪੈਕਟਡ ਗੈਸਟ ਆਏ ਹੋਏ ਸੀ ਉਹਨਾਂ ਨੂੰ ਵੀ ਬੈਠ ਕੇ ਸੁਣਿਆ ਹੈਗਾ। ਇਹ ਪੂਰੀ ਈਵੈਂਟ ਜਦੋਂ ਖਤਮ ਹੋ ਕੇ ਨਿਕਲਦਾ ਆ, 3 ਈਵੈਂਟ ਕੰਪਲੀਟ ਹੋ ਚੁੱਕੇ ਨੇ, ਇਹ ਹੁਣ ਆਪਾਂ ਜੇ ਬਾਹਰ ਨਿਕਲ ਕੇ ਆਏ ਹਾਂ ਤਾਂ ਕੀ ਨਿਕਲ ਕੇ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚੋਂ 3 ਈਵੈਂਟ ਜਿਹੜੇ ਕਰਵਾਏ ਨੇ ਤੇ ਕੁਝ ਹਾਸਲ ਹੋਇਆ, ਤੇ ਜੇ ਹਾਸਲ ਹੋਇਆ ਤਾਂ ਉਹਦੇ 'ਚ ਡੇਟਾਬੇਸ ਆਪਣੇ ਕੋਲ ਕਿੱਦਾਂ ਰਹੇਗਾ ਤੇ ਉਹਦੇ ਲਈ ਆਪਾਂ ਅੱਗੇ ਫਿਊਚਰ ਵਾਸਤੇ ਕੀ ਪਲਾਨ ਕਰ ਰਹੇ ਹਾਂ? ਇਸ ਦੇ ਵਿੱਚ ਇਸ ਤਰ੍ਹਾਂ ਜੀ, ਜਿਹੜਾ ਦੇਖੋ ਰਿਸਰਚ ਦਾ ਕੰਮ ਹੈ ਇਹ ਕੋਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਕੋਈ ਸਾਡੇ ਕੋਲੇ ਮਿਥਿਆ ਕੋਈ ਵਰਕ ਨਹੀਂ ਹੁੰਦਾ ਕਿ ਅਸੀਂ ਕੋਈ ਜਾਂ ਡਿਜ਼ਾਈਨਡ ਕੋਰਸ ਨਹੀਂ ਹੁੰਦਾ ਕਿ ਜਿਹਦੇ ਕੰਟੈਂਟ ਅਸੀਂ ਪੜ੍ਹੇ ਤੇ ਤਿਆਰ ਕੀਤਾ, ਕੋਈ ਐਗਜ਼ਾਮ ਦਿੱਤਾ ਤੇ ਪਾਸ ਕਰ ਲਿਆ, ਕੋਈ ਸੋਲੂਸ਼ਨ ਨਿਕਲ ਗਏ। ਇਹ ਰਿਸਰਚ ਜਿਹੜੀ ਹੈਗੀ ਆ ਇਹ ਬੜੇ ਟਾਈਮ ਕੰਜ਼ਿਊਮਿੰਗ ਟਾਈਮ ਵੀ ਲੱਗਦਾ ਕਿਸੇ ਰਿਸਰਚ ਨੂੰ ਕਰਨ ਦੇ ਲਈ। ਅਸੀਂ 3 ਸਾਲ ਤੋਂ ਲਗਾਤਾਰ ਇਹ ਰਿਸਰਚ ਸਕਾਲਰ ਮੀਟ ਕਰਾ ਰਹੇ ਹਾਂ ਤੇ ਹੁਣ ਅਸੀਂ ਫੈਸਲਾ ਕੀਤਾ ਕਿ ਅਸੀਂ ਜਿਹੜੀਆਂ 3 ਰਿਸਰਚ ਸਕਾਲਰਸ ਮੀਟ ਕਰਵਾ ਚੁੱਕੇ ਹਾਂ ਉਹਨਾਂ ਦੇ ਜਿਹੜੇ ਪਾਰਟਿਸਪੈਂਟਸ ਨੇ ਉਹਨਾਂ ਨੂੰ ਅਸੀਂ ਕੰਡਕਟ ਕਰਾਂਗੇ, ਕਿਉਂਕਿ ਇਹੋ ਜਿਹੇ ਮੌਕਿਆਂ ਦੇ ਉੱਤੇ ਇਹੋ ਜਿਹੇ ਪਲੇਟਫਾਰਮਸ ਦੇ ਉੱਤੇ ਜਦੋਂ ਰਿਸਰਚ ਸਕਾਲਰਸ ਮਿਲਦੇ ਨੇ ਤਾਂ ਉਹਨਾਂ 'ਚ ਆਪਸੀ ਕੋਲੈਬੋਰੇਸ਼ਨਸ ਹੁੰਦੀਆਂ ਨੇ, ਤਾਲਮੇਲ ਹੁੰਦਾ। ਕੀ ਕੋਈ ਇਹੋ ਜਿਹੇ ਤਾਲਮੇਲ ਜਿਹੜੇ ਨੇ ਅਸੀਂ ਹੁਣ 3 ਸਾਲ ਦੇ ਬਾਅਦ ਇਹ ਐਨਾਲਿਸਿਸ ਕਰਾਂਗੇ ਇਸ ਮੀਟ ਤੋਂ ਬਾਅਦ, ਸਾਰੇ 3
ਰਿਸਰਚ ਸਕਾਲਰਸ ਮੀਟ ਦੇ ਵਿੱਚ ਜਿੰਨੇ ਵੀ ਪਾਰਟਿਸਪੈਂਟ ਨੇ, ਹੋ ਸਕਦਾ ਕਿ ਪਹਿਲੇ 'ਚ ਹੋਰ ਹੋਣ ਕੁਝ ਜਾਂ ਕਾਮਨ ਵੀ ਚੱਲ ਰਹੇ ਹੋਣ। ਅਸੀਂ ਸਾਰਿਆਂ ਨਾਲ ਇਹਨਾਂ ਨਾਲ ਵਿਚਾਰ ਕਰਾਂਗੇ ਕਿ ਕੀ ਕੋਈ ਤੁਹਾਡੀ ਕੋਲੈਬੋਰੇਸ਼ਨ ਹੋਈ ਹੈ ਜਾਂ ਕੀ ਉਹਨਾਂ ਦੀ ਫੀਡਬੈਕ ਵੀ ਲਵਾਂਗੇ ਇਸ ਮੀਟ ਦੇ ਬਾਰੇ, ਤੇ ਇਸ ਨੂੰ ਵੀ ਕੀ ਕੁਝ ਸਾਰਥਕ ਰਿਜ਼ਲਟ ਹੈ ਤਿੰਨ ਜਿਹੜੀਆਂ ਇਵੈਂਟਸ ਕਰਵਾਉਣ ਤੋਂ ਬਾਅਦ ਨਿਕਲੇ ਨੇ। ਇਸ ਤੋਂ ਬਾਅਦ ਅਸੀਂ ਜਿਹੜਾ ਕੰਕਰੀਟ ਡਾਟੇ ਦੇ ਫਾਰਮ ਦੇ ਵਿੱਚ ਆਫਟਰ ਦਿਸ ਇਵੈਂਟ ਅਸੀਂ ਇਹ ਕਰਨ ਜਾ ਰਹੇ ਹਾਂ। ਮਤਲਬ ਇਹ ਇੱਕ ਜਿਹੜਾ ਨੈਕਸਟ ਤੁਸੀਂ ਮੀਟ ਕਰਾਉਣ ਜਾਓਗੇ ਅਗਲੇ ਸਾਲ ਜੇ ਹੋਏਗੀ, ਤਾਂ ਉਹਦੇ ਵਿੱਚ ਜਿਹੜੇ ਜਿਨ੍ਹਾਂ ਨੇ ਆਪਸ ਦੇ ਵਿੱਚ ਤਾਲਮੇਲ ਕਰਕੇ ਆਪਣੀਆਂ ਖੋਜਾਂ ਨੂੰ ਅੱਗੇ ਵਧਾਇਆ ਹੋਵੇਗਾ, ਕਿ ਉਹਨਾਂ ਨੂੰ ਟੈਸਟੀਮੋਨੀਅਲ ਦੇ ਤੌਰ ਦੇ ਉੱਤੇ ਵੀ ਅਗਲੀ ਵਾਰੀ ਦੀ ਜਿਹੜੇ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤਾ ਜਾਏਗਾ ਕਿ ਅਸੀਂ ਆਹ ਕੁਝ ਕਰਵਾਇਆ ਸੀ, ਉਹਦਾ ਨਤੀਜਾ ਸਾਡੇ ਕੋਲ ਆਹ ਨਿਕਲ ਕੇ ਸਾਹਮਣੇ ਆਇਆ, ਤੁਸੀਂ ਵੀ ਅਜਿਹਾ ਤਾਲਮੇਲ ਕਰਕੇ ਆਪਣੇ ਫਾਇਦੇ ਲੈ ਸਕੋ। ਬਿਲਕੁਲ ਜੀ, ਬਿਲਕੁਲ। ਜਦੋਂ ਸਾਡੇ ਕੋਲ ਇਸ ਤਰ੍ਹਾਂ ਦੀਆਂ ਕੋਲੈਬੋਰੇਸ਼ਨ ਆਫਟਰ ਐਨਾਲਾਈਜ਼ਿੰਗ ਦਿਸ 3 ਇਵੈਂਟਸ ਸਾਡੇ ਕੋਲ ਜੋ ਪਾਰਟਿਸਪੈਂਟਸ ਤੋਂ ਆਉਣਗੀਆਂ, ਅਸੀਂ ਜ਼ਰੂਰ ਉਹਨੂੰ ਮੀਡੀਆ ਦੇ ਵਿੱਚ ਵੀ ਰੱਖਾਂਗੇ ਜਾਂ ਸੁਸਾਇਟੀ ਦੇ ਵਿੱਚ ਵੀ ਰੱਖਾਂਗੇ, ਤਾਂ ਜੋ ਹੋਰ ਵਿਦਿਅਕ ਸੰਸਥਾਵਾਂ ਨੇ ਜਿਹੜੀਆਂ ਉਹ ਵੀ ਇਸ ਤਰ੍ਹਾਂ ਦੀਆਂ ਜਿਹੜੇ ਇੰਟਰਡਿਸਪਲਿਨਰੀ ਰਿਸਰਚ ਸਕਾਲਰਸ ਮੀਟ ਨੇ ਜਾਂ ਕਾਨਫਰੰਸਿਸ ਨੇ, ਉਹ ਉਹਨਾਂ ਨੂੰ ਉਤਸ਼ਾਹਿਤ ਕਰਨ ਤੇ ਕੋਈ ਨਾ ਕੋਈ ਜਿਹੜੀ ਸੁਸਾਇਟੀ ਦੇ ਕ੍ਰਾਈਸਿਸ ਨੇ ਉਹਨਾਂ ਦੇ ਕਿਸੇ ਹੱਲ ਵੱਲ ਜਾਂ ਸਾਰਥਕ ਜਿਹੜਾ ਹੱਲ ਹੈ ਉਹਦੇ ਵੱਲ ਤੁਰਿਆ ਜਾ ਸਕੇ। ਜ਼ਰੂਰ ਕਰਾਂਗੇ ਅਸੀਂ, ਪਰ ਆਫਟਰ ਐਨਾਲਾਈਜ਼ਿੰਗ ਦਾ ਡਾਟਾ। ਬਹੁਤ ਧੰਨਵਾਦ ਪ੍ਰੋਫੈਸਰ ਬਲਿੰਗ, ਤੁਸੀਂ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਇੰਨੀ ਜਾਣਕਾਰੀ ਦਿੱਤੀ, ਮਹੱਤਵਪੂਰਨ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਿਲਕੁਲ ਸਰ ਕੁਲਵੰਤ ਸਿੰਘ ਜੀ, ਤੁਸੀਂ ਆਏ ਅੱਜ ਯੂਨੀਵਰਸਿਟੀ ਦੇ ਵਿੱਚ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ। ਸੋ ਇਹ ਸਨ ਪ੍ਰੋਫੈਸਰ ਬਲਿੰਗ। ਇਹਨਾਂ ਨੇ ਪੂਰਾ ਇਵੈਂਟ ਜਿਹੜਾ ਹੈਗਾ ਇਹਨਾਂ ਨੇ ਔਰਗੇਨਾਈਜ਼ ਕੀਤਾ, ਇਹਨਾਂ ਨੇ ਸਾਰਾ ਕੁਝ ਇਹ ਤਾਲਮੇਲ ਬਣਾਇਆ ਜਿੰਨੇ ਵੀ ਹੋਣਗੇ। ਹੁਣ ਇੱਕ ਚੀਜ਼ ਜਿਹੜੀ ਨਿਕਲ ਕੇ ਸਭ ਤੋਂ ਵੱਡੀ ਸਾਹਮਣੇ ਆ ਰਹੀ ਹੈ, ਮੈਂ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨਾਲ ਵੀ ਗੱਲ ਕੀਤੀ ਸੀ, ਮੈਂ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਸਾਡੇ ਗੈਸਟ ਆਏ ਸੀ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਸੀ। ਇੱਕ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਜ਼ਰੂਰਤ ਹੈ ਜਿਹੜੇ ਖੋਜਾਰਥੀ ਆਪਸ ਦੇ ਵਿੱਚ ਤਾਲਮੇਲ ਕਰਕੇ ਖੋਜਾਂ ਨੂੰ ਅੱਗੇ ਵਧਾਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਜਿਹੜਾ ਫਰੂਟਫੁਲ ਨਤੀਜੇ ਜਿਹੜੇ ਨਿਕਲਦੇ ਹੈਗੇ ਨੇ ਉਹਨਾਂ ਨੂੰ ਅੱਗੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ, ਉਹਨਾਂ ਤੋਂ ਡੇਟਾ ਲਿੱਤਾ ਜਾਵੇ ਤੇ ਉਹਨਾਂ ਨੂੰ ਅੱਗੇ ਟੈਸਟੀਮੋਨੀਅਲ ਦੇ ਤੌਰ ਦੇ ਉੱਤੇ ਹੋਰ ਖੋਜਾਰਥੀਆਂ ਦੇ ਅੱਗੇ ਪੇਸ਼ ਕੀਤਾ ਜਾਵੇ, ਤਾਂ ਕਿ ਉਹਨਾਂ ਨੂੰ ਉਤਸ਼ਾਹ ਮਿਲੇ ਕਿ ਜੇ ਇਹ ਮਿਲ ਕੇ ਕੰਮ ਕਰਕੇ ਇਕੱਠੇ ਹੋ ਅੱਗੇ ਰਿਜ਼ਲਟ ਲੈ ਸਕਦੇ ਨੇ ਤੇ ਅਸੀਂ ਵੀ ਲੈ ਸਕਦੇ ਹਾਂ। ਤੇ ਇਹਦੇ ਨਾਲ ਡਾਟਾ ਇਹਦੇ ਨਾਲ ਜਿਹੜੀ ਉਹਨਾਂ ਦੀ ਨੌਲੇਜ ਵੀ ਵਧੇਗੀ, ਇਹਦੇ ਨਾਲ ਜਿਹੜੀ ਖੋਜ ਵੀ ਵਧੀਆ ਢੰਗ ਦੇ ਨਾਲ ਸਾਹਮਣੇ ਆਏਗੀ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਇਹੋ ਜਿਹੀਆਂ ਵੀਡੀਓ ਜਦੋਂ ਇਹੋ ਜਿਹੇ ਖੋਜਾਰਥੀਆਂ ਕੋਲ ਪਹੁੰਚਦੀਆਂ ਨੇ ਤੇ ਉਹ ਇਹਨਾਂ ਅਜਿਹੀਆਂ ਖੋਜਾਂ ਦੇ ਉੱਤੋਂ ਫਾਇਦਾ ਲੈ ਕੇ ਉਹ ਵੀ ਅਜਿਹੇ ਖੋਜਾਰਥੀਆਂ ਨੂੰ ਲੱਭਦੇ ਨੇ ਜਿਹੜੇ ਉਹਨਾਂ ਦੇ ਨਾਲ ਲਾਈਕ ਮਾਈਂਡਡ ਹੋਣ, ਉਹਨਾਂ ਦੇ ਵਰਗੇ ਹੀ ਕੰਮ ਕਰ ਰਹੇ ਹੋਣ। ਤੇ ਜਦੋਂ ਇਹ ਇਕੱਠੇ ਹੋ ਕੇ ਖੋਜ ਆਪਣੀ ਅੱਗੇ ਵਧਾਉਂਦੇ ਨੇ ਤੇ ਇਹ ਵਧਾ ਕੇ ਸਮਾਜ ਦੇ ਭਲੇ ਲਈ ਕੁਝ ਅਜਿਹਾ ਕਰਦੇ ਨੇ ਜਿਹਦੇ ਨਾਲ ਸਮਾਜ ਨੂੰ ਸਦੀਆਂ ਤੱਕ ਫਾਇਦਾ ਪਹੁੰਚਦਾ ਹੋਵੇ, ਤੇ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।